ਹਾਂਜੀ ਸਟੂਡੈਂਟਸ, ਅਸੀਂ ਆਪਣੀ +1 ਕਲਾਸ ਦਾ ਸੈਕਸ਼ਨ ਏ ਦਾ 6ਵਾਂ ਐਸੇ ਲੈਟਸ ਨਾਟ ਫੋਰਗੇਟ ਦਾ ਮਾਰਟਰਸ, ਜਿਸ ਨੂੰ ਕਿ ਵੰਦਨਾ ਸਹਿਗਲ ਨੇ ਕੰਪਾਈਲ ਕੀਤਾ ਹੋਇਆ ਹੈ, ਉਸ ਨੂੰ ਕੰਟੀਨਿਊ ਕਰਦੇ ਹੋਏ ਅਸੀਂ ਇਸ ਚੈਪਟਰ ਦੀ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਜਾਰੀ ਰੱਖਦੇ ਹਾਂ। ਤਾਂ ਸਟੂਡੈਂਟਸ, ਇਹ ਇਸ ਚੈਪਟਰ ਦੀ ਸੀਰੀਜ਼ ਦਾ ਇਹ ਸਾਡਾ ਦੂਸਰਾ ਵੀਡੀਓ ਹੋਏਗਾ। ਤਾਂ ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇਸੇ ਚੈਪਟਰ ਦੇ ਪਹਿਲੇ ਵੀਡੀਓ ਦੇ ਵਿੱਚ ਮੈਂ ਇਸ ਚੈਪਟਰ ਦੇ ਪੇਜ ਨੰਬਰ 54 ਅਤੇ 55 ਦਾ ਕਾਫੀ ਜ਼ਿਆਦਾ ਪਾਰਟ, ਜਿਸ ਦੇ ਵਿੱਚ ਕਿ ਸਾਡੇ ਪਹਿਲੇ ਦੋ ਪਰਮਵੀਰ ਚੱਕਰ ਵਿਜੇਤਾ ਮੇਜਰ ਸੋਮਨਾਥ ਸ਼ਰਮਾ ਅਤੇ ਲੈਫਟੀਨੈਂਟ ਕਰਨਲ ਧਨ ਸਿੰਘ ਥਾਪਾ ਸ਼ਾਮਿਲ ਨੇ। ਇਹਨਾਂ ਦੇ ਬਾਰੇ ਦਿੱਤੀ ਹੋਈ ਸਾਰੀ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ ਪਹਿਲੇ ਵੀਡੀਓ ਦੇ ਵਿੱਚ। ਇਸ ਵੀਡੀਓ ਦੇ ਵਿੱਚ ਆਪਾਂ ਬਾਕੀ ਦਾ ਸਾਰਾ ਚੈਪਟਰ ਡਿਸਕਸ ਕਰਾਂਗੇ। ਤਾਂ ਜੇਕਰ ਤੁਸੀਂ ਇਹ ਵਾਲਾ ਪਾਰਟ ਨਹੀਂ ਦੇਖਿਆ ਤਾਂ ਮੈਂ ਸਕਰੀਨ ਦੇ ਉੱਪਰ ਤੁਹਾਨੂੰ ਇਸ ਵੀਡੀਓ ਦਾ ਲਿੰਕ ਸ਼ੇਅਰ ਕਰ ਰਿਹਾ ਹਾਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਸ ਵੀਡੀਓ ਦੇ ਲਿੰਕ ਤੇ ਜਾ ਕੇ ਇਹ ਵੀਡੀਓ ਦੇਖੋ, ਤਾਂ ਹੀ ਫਿਰ ਬਾਕੀ ਦਾ ਸਾਰਾ ਚੈਪਟਰ ਤੁਹਾਨੂੰ ਕਲੀਅਰ ਹੋ ਸਕਦਾ ਹੈ ਅਤੇ ਤਾਂ ਹੀ ਫਿਰ ਇਸ ਚੈਪਟਰ ਦੇ ਅੱਗੇ ਆਉਣ ਵਾਲੇ ਜਿੰਨੇ ਵੀ ਟੈਕਸਚੁਅਲ ਕੁਐਸਚਨਸ ਜਾਂ ਐਕਸਰਸਾਈਜ਼ਸ ਨੇ ਉਹਨਾਂ ਦੇ ਸੋਲੂਸ਼ਨ ਸਮਝੇ ਜਾ ਸਕਦੇ। ਤਾਂ ਸਟੂਡੈਂਟ, ਸਾਡੇ ਤੀਸਰੇ ਭਾਰਤੀ ਫੌਜੀ ਦਾ ਜ਼ਿਕਰ ਹੈ ਜੀ ਹੁਣ। ਇਹਨਾਂ ਦਾ ਨਾਮ ਹੈ ਹਵਾਲਦਾਰ ਅਬਦੁਲ ਹਮੀਦ, and he was a soldier in the 4th Battalion, the Grenadiers of the Indian Army, who died in the Khemkan sector during the Indo-Pak War of 1965। ਤਾਂ ਇਸ ਪਾਰਟ ਦੇ ਵਿੱਚ 1965 ਈਸਵੀ ਨੂੰ ਜਿਹੜੀ ਭਾਰਤ ਪਾਕਿਸਤਾਨ ਦਾ ਯੁੱਧ ਹੋਇਆ ਉਸ ਦਾ ਜ਼ਿਕਰ ਹੈ ਜੀ। ਤਾਂ ਹਵਾਲਦਾਰ ਅਬਦੁਲ ਹਮੀਦ ਇੱਕ ਸਿਪਾਹੀ ਸੀ। ਤਾਂ ਹਵਾਲਦਾਰ ਅਬਦੁਲ ਹਮੀਦ ਭਾਰਤੀ ਫੌਜ ਦੇ ਵਿੱਚ ਗ੍ਰੈਨੇਡੀਅਰਸ ਦੀ 4th ਬਟਾਲੀਅਨ ਦੇ ਵਿੱਚ ਇੱਕ ਸਿਪਾਹੀ ਸੀ ਜੀ, ਅਤੇ ਇਹ ਸ਼ਹੀਦ ਹੋਏ ਖੇਮਕਨ ਸੈਕਟਰ ਵਿਖੇ 1965 ਵਾਲੇ ਭਾਰਤ ਪਾਕਿਸਤਾਨ ਦੇ ਯੁੱਧ ਦੇ ਵਿੱਚ। He was the posthumous recipient of the Republic of India's highest military decoration, the ਪਰਮਵੀਰ ਚੱਕਰ। ਤਾਂ ਮਰਨੋਪਰਾਂਤ ਇਹਨਾਂ ਨੂੰ ਸਾਡੇ ਭਾਰਤ ਦਾ ਸਭ ਤੋਂ ਉੱਚਾ ਵੀਰਤਾ ਮੈਡਲ ਦਾ ਪਰਮਵੀਰ ਚੱਕਰ ਪ੍ਰਦਾਨ ਕੀਤਾ ਗਿਆ ਜੀ। ਤਾਂ ਸਟੂਡੈਂਟਸ, ਇੱਥੇ ਇੱਕ ਵਰਡ ਆਇਆ ਜੀ ਗ੍ਰੈਨੇਡੀਅਰਸ। ਤਾਂ ਗ੍ਰੈਨੇਡੀਅਰ ਸ਼ਬਦ ਬੱਚਿਓ ਗ੍ਰੀਨੇਡ ਤੋਂ ਬਣੇ ਹੈ। ਤਾਂ ਗ੍ਰੀਨੇਡ, ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ, ਇੱਕ ਛੋਟੇ ਛੋਟੇ ਜਿਹੇ ਬੰਬ ਹੁੰਦੇ ਨੇ, ਇਹਨਾਂ ਨੂੰ ਹੱਥ ਦੇ ਨਾਲ ਚਲਾ ਕੇ ਦੂਰ ਸੁੱਟਿਆ ਜਾਂਦਾ ਹੈ। ਤੁਸੀਂ ਆਮ ਤੌਰ 'ਤੇ ਅਜਿਹੀਆਂ ਚੀਜ਼ਾਂ ਫਿਲਮਾਂ ਦੇ ਵਿੱਚ ਜ਼ਰੂਰ ਦੇਖੀਆਂ ਹੋਣਗੀਆਂ। ਤਾਂ ਇਹਨਾਂ ਗ੍ਰੀਨੇਡਸ ਨੂੰ ਚਲਾਉਣ ਦੇ ਲਈ ਸਾਡੇ ਭਾਰਤੀ ਫੌਜ ਦੀ ਗ੍ਰੀਨੇਡੀਅਰਸ ਦੀ ਇੱਕ ਅਲੱਗ ਬਟਾਲੀਅਨ ਹੁੰਦੀ ਹੈ। ਤਾਂ ਇਹ 4th ਬਟਾਲੀਅਨ ਦੇ ਸਿਪਾਹੀ ਸੀ, ਮਤਲਬ ਕਿ ਇਹਨਾਂ ਦਾ ਕੰਮ ਗ੍ਰੀਨੇਡਸ ਚਲਾਉਣਾ ਸੀਗਾ। Abdul Hamid was born in a poor Darzi family at Dhamupur village of Ghazipur district of Uttar Pradesh on July 1, 1933। 1 ਜੁਲਾਈ 1933 ਈਸਵੀ ਵਿੱਚ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੇ ਵਿੱਚ ਧਾਮੂਪੁਰ ਪਿੰਡ ਦੇ ਵਿੱਚ ਇੱਕ ਦਰਜੀ ਦੇ ਪਰਿਵਾਰ ਦੇ ਵਿੱਚ ਅਬਦੁਲ ਹਮੀਦ ਦਾ ਜਨਮ ਹੋਇਆ। ਤੇ ਇਹ ਪੂਅਰ ਦਰਜੀ ਫੈਮਿਲੀ ਸੀ ਜੀ, ਗਰੀਬ ਪਰਿਵਾਰ ਸੀ। ਅਬਦੁਲ ਹਮੀਦ ਵਾਸ ਐਨਰੋਲਡ ਇਨਟੂ ਦਾ Grenadiers Infantry Regiment in 1954। ਤਾਂ ਅਬਦੁਲ ਹਮੀਦ ਨੂੰ ਸ਼ਾਮਿਲ ਕਰ ਲਿਆ ਗਿਆ ਜੀ 1954 ਈਸਵੀ ਦੇ ਵਿੱਚ ਦਾ ਗ੍ਰੈਨੇਡੀਅਰਸ ਇਨਫੈਂਟਰੀ ਰੈਜੀਮੈਂਟ ਦੇ ਵਿੱਚ। ਨਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਬੱਚਿਓ ਕਿ ਗ੍ਰੈਨੇਡੀਅਰਸ ਗ੍ਰੀਨੇਡ ਚਲਾਉਣ ਵਾਲੀ ਫੌਜ ਨੂੰ ਕਹਿੰਦੇ ਨੇ, ਤੇ ਇਨਫੈਂਟਰੀ ਦਾ ਮਤਲਬ ਹੁੰਦਾ ਜੋ ਪੈਦਲ ਚੱਲਦੀ ਹੈ। ਤਾਂ ਇੱਕ ਪੈਦਲ ਮਾਰਚ ਕਰਨ ਵਾਲੀ ਰੈਜੀਮੈਂਟ ਜੋ ਕਿ ਗ੍ਰੈਨੇਡੀਅਰਸ ਨੂੰ ਆਪਰੇਟ ਕਰਦੀ ਸੀ, ਉਸ ਦੇ ਵਿੱਚ ਅਬਦੁਲ ਹਮੀਦ ਨੂੰ 1954 ਈਸਵੀ ਦੇ ਵਿੱਚ ਸ਼ਾਮਿਲ ਕੀਤਾ ਗਿਆ। ਤੇ ਇੱਕ ਬੱਚਿਓ ਇਹ ਵੀ ਧਿਆਨ ਰੱਖਣਾ ਹੈ ਕਿ ਐਨਰੋਲ ਦੇ ਨਾਲ ਇਨਟੂ ਮੈਕਸਿਮਮ ਥਾਵਾਂ ਤੇ ਪ੍ਰੈਪੋਜੀਸ਼ਨ ਆਉਂਦੀ ਹੈ। During the Sino-Indian War of 1962, Hamid's battalion was part of 7th Infantry Brigade commanded by Brigadier John Dalby। 1962 ਈਸਵੀ ਦੀ ਜਿਹੜੀ ਜੰਗ ਹੋਈ ਹੈ ਬੱਚਿਓ, ਉਹ ਸਾਈਨੋ ਇੰਡੀਆ ਵਾਰ ਦੇ ਨਾਂ ਨਾਲ ਕਿਹਾ ਜਾਂਦਾ ਹੈ। ਨਾ ਉਹ ਸਾਈਨੋ ਦਾ ਮਤਲਬ ਇੱਥੇ ਚਾਈਨਾ ਤੋਂ ਹੈ। ਚਾਈਨਾ ਤੇ ਇੰਡੀਆ ਦੇ ਵਿਚਕਾਰ ਜਿਹੜਾ ਯੁੱਧ ਹੋਇਆ 1962 ਈਸਵੀ ਦੇ ਵਿੱਚ। ਤੇ ਇਸ ਵਾਰ ਦਾ ਜ਼ਿਕਰ ਬੱਚਿਓ ਪਿਛਲੇ ਪਾਰਟ ਦੇ ਵਿੱਚ ਆ ਚੁੱਕਿਆ ਹੈ ਧਨ ਸਿੰਘ ਥਾਪਾ ਵਾਲੇ 'ਚ। ਉਸ ਵਾਰ ਦੇ ਵਿੱਚ ਹੀ ਧਨ ਸਿੰਘ ਥਾਪਾ ਨੇ ਪਰਮਵੀਰ ਚੱਕਰ ਪ੍ਰਾਪਤ ਕੀਤਾ ਸੀ। ਤੇ ਇਸ ਇਨਫੈਂਟਰੀ ਬ੍ਰਿਗੇਡ ਨੇ ਭਾਗ ਲਿਆ ਸੀਗਾ ਸਾਈਨੋ ਇੰਡੀਆ ਵਾਰ ਦੇ ਵਿੱਚ, 1962 ਵਾਲੀ ਵਾਰ ਦੇ ਵਿੱਚ ਵੀ ਭਾਗ ਲਿਆ ਸੀ। ਤੇ ਹਮੀਦ ਵੀ ਉਸ ਬਟਾਲੀਅਨ ਦਾ ਹਿੱਸਾ ਸੀਗੇ ਅਤੇ ਉਸ ਬਟਾਲੀਅਨ ਨੂੰ ਕਮਾਂਡ ਕਰ ਰਹੇ ਸੀ, ਉਸ ਦੀ ਅਗਵਾਈ ਕਰ ਰਹੇ ਸੀ ਬ੍ਰਿਗੇਡੀਅਰ ਜੌਨ ਡਾਲਬੀ। ਮਤਲਬ ਕਿ 1962 ਵਾਲੀ ਚਾਈਨਾ ਇੰਡੀਆ ਵਾਲੀ ਜੰਗ ਦੇ ਵਿੱਚ ਵੀ ਅਬਦੁਲ ਹਮੀਦ ਨੇ ਹਿੱਸਾ ਲਿਆ ਸੀ। It participated in the Battle of Namkachu against the Chinese। ਚੀਨੀਆਂ ਦੇ ਖਿਲਾਫ ਨਾਮਕਾਚੂ ਨਾਂ ਦੀ ਜਗ੍ਹਾ ਹੈ ਜੀ, ਉਸ ਥਾਂ ਤੇ ਇੱਕ ਲੜਾਈ ਹੋਈ ਸੀ, ਉੱਥੇ ਇਸ ਬਟਾਲੀਅਨ ਨੇ ਪਾਰਟਿਸਿਪੇਟ ਕੀਤਾ ਸੀ, ਭਾਗ ਲਿਆ ਸੀ। In 1965 Indo-Pak War, Abdul Hamid was posted in the Khemkan Pikhivind sector in Punjab। 1965 ਈਸਵੀ ਦੇ ਵਿੱਚ ਜਿਹੜੀ ਇੰਡੋ ਪਾਕ ਵਾਰ ਹੋਈ ਹੈ, ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਹੋਇਆ ਹੈ,
ਉਸ ਯੁੱਧ ਦੇ ਵਿੱਚ ਅਬਦੁਲ ਹਮੀਦ ਨੂੰ ਪੋਸਟ ਕੀਤਾ ਗਿਆ ਸੀ। ਉਹਨਾਂ ਦੀ ਡਿਊਟੀ ਸੀ ਜੀ ਖੇਮਕਰਨ ਦੇ ਭਿੱਖੀਵਿੰਡ ਸੈਕਟਰ ਦੇ ਵਿੱਚ, ਜਿਹੜਾ ਕਿ ਪੰਜਾਬ ਦੇ ਵਿੱਚ ਪੈਂਦਾ ਹੈ। ਤਾਂ ਬੱਚਿਓ, ਜਿਵੇਂ ਕਿ ਆਪਾਂ ਦੇਖਿਆ ਕਿ ਮੇਜਰ ਸੋਮਨਾਥ ਸ਼ਰਮਾ ਵਾਲੇ ਹਿੱਸੇ 'ਚ 1947-48 ਦੀ ਵਾਰ ਦਾ ਜ਼ਿਕਰ ਹੋਇਆ ਹੈ। ਇਸੇ ਤਰ੍ਹਾਂ ਧਨ ਸਿੰਘ ਥਾਪਾ ਵਾਲੇ ਪਾਰਟ ਦੇ ਵਿੱਚ 1962 ਵਾਲੀ ਇੰਡੀਆ ਚਾਈਨੀਜ਼ ਵਾਰ ਦਾ ਜ਼ਿਕਰ ਹੋਇਆ ਹੈ। ਤਾਂ ਇਸ ਵਾਲੇ ਪਾਰਟ ਦੇ ਵਿੱਚ, ਜਿਸ ਦੇ ਵਿੱਚ ਕਿ ਅਸੀਂ ਅਬਦੁਲ ਹਮੀਦ ਬਾਰੇ ਪੜ੍ਹ ਰਹੇ ਹਾਂ, ਇਸ ਦੇ ਵਿੱਚ 1965 ਦੀ ਇੰਡੀਆ ਪਾਕਿਸਤਾਨ ਵਾਰ ਦਾ ਜ਼ਿਕਰ ਹੋਇਆ। Successful actions by Indian armory, artillery and infantry anti-tank actions such as those of Abdul Hamid tarnished the reputation of the M48 pattern tanks. ਤਾਂ 1965 ਦੀ ਜਿਹੜੀ ਇੰਡੀਆ ਪਾਕਿਸਤਾਨ ਦੀ ਜੰਗ ਹੋਈ ਹੈ ਨਾ ਬੱਚਿਓ, ਉਸ ਦੇ ਵਿੱਚ ਇੱਕ ਚੀਜ਼ ਖਾਸ ਸੀ ਕਿ ਉਸ ਦੇ ਵਿੱਚ ਪਾਕਿਸਤਾਨ ਵੱਲੋਂ ਬਹੁਤ ਹੀ ਲੇਟੈਸਟ ਟੈਂਕਾਂ ਦੀ ਵਰਤੋਂ ਕੀਤੀ ਗਈ ਸੀ। ਇਹਨਾਂ ਨੂੰ M48 ਪੈਟਰਨ ਟੈਂਕ ਕਹਿੰਦੇ ਆ। ਇਹ ਅਮਰੀਕਾ ਦੇ ਵਿੱਚ ਬਣੇ ਹੋਏ ਪੈਟਰਨ ਟੈਂਕ ਸੀ, ਜਿਵੇਂ ਕਿ ਤੁਸੀਂ ਬੱਚਿਓ ਪਿਕ ਦੇ ਵਿੱਚ ਦੇਖ ਪਾ ਰਹੇ ਹੋ। ਇਹਨਾਂ ਟੈਂਕਾਂ ਨੂੰ ਲੈ ਕੇ ਪਾਕਿਸਤਾਨ ਨੇ ਸਾਡੇ ਭਾਰਤ ਦੇ ਉੱਪਰ ਹਮਲਾ ਕੀਤਾ ਸੀ ਅਤੇ ਇਹਨਾਂ M48 ਪੈਟਰਨ ਟੈਂਕਾਂ ਦੀ ਬੜੀ ਇੱਜ਼ਤ ਸੀਗੀ ਪੂਰੀ ਦੁਨੀਆ ਦੇ ਵਿੱਚ ਕਿ ਬੜੇ ਹੀ ਮਜ਼ਬੂਤ ਨੇ, ਇਹਨਾਂ ਨੂੰ ਨੁਕਸਾਨ ਬਹੁਤ ਘੱਟ ਹੁੰਦਾ ਹੈ। ਪਰ ਇਹਨਾਂ ਦੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਸੀ। ਇੱਥੇ ਟਾਰਨਿਸ਼ ਸ਼ਬਦ ਆਇਆ ਬੱਚਿਓ, ਗਲੋਸਰੀ ਦੇ ਵਿੱਚ ਵੀ ਸ਼ਾਮਿਲ ਹੈ। ਤਾਂ ਇਹਦਾ ਮਤਲਬ ਹੈ ਟੂ ਸਪੋਇਲ ਦਾ ਗੁੱਡ ਓਪੀਨੀਅਨ ਪੀਪਲ ਹੈਵ ਆਫ ਸਮਥਿੰਗ। ਮਤਲਬ ਕਿਸੇ ਚੀਜ਼ ਬਾਰੇ ਬਹੁਤ ਹੀ ਵਧੀਆ ਕਿਸੇ ਦੇ ਵਿਚਾਰ ਹੋਣ ਤਾਂ ਉਹ ਵਿਚਾਰ ਇੱਕਦਮ ਮਲੀਆਮੇਟ ਹੋ ਜਾਣ, ਉਹਨਾਂ ਵਿਚਾਰਾਂ 'ਤੇ ਧੱਬਾ ਲੱਗ ਜੇ ਤਾਂ ਅਸੀਂ ਉਸ ਨੂੰ ਟਾਰਨਿਸ਼ ਕਹਿੰਦੇ ਹਾਂ। ਤਾਂ ਸੇਮ ਆਹੀ ਗੱਲ 1965 ਵਾਲੀ ਜੰਗ ਦੇ ਵਿੱਚ ਹੋਈ, ਜਦੋਂ ਪਾਕਿਸਤਾਨ ਨੇ ਇਹਨਾਂ ਪੈਟਰਨ ਟੈਂਕਾਂ ਦੇ ਨਾਲ ਸਾਡੇ ਭਾਰਤ ਦੇ ਉੱਪਰ ਹਮਲਾ ਕੀਤਾ ਤਾਂ ਇਹਨਾਂ ਪੈਟਰਨ ਟੈਂਕਾਂ ਦੀ ਇੱਜ਼ਤ ਵੀ ਮਲੀਆਮੇਟ ਹੋਈ, ਕਿਉਂਕਿ ਭਾਰਤੀ ਆਰਮਰੀ, ਆਰਟਿਲਰੀ ਅਤੇ ਇਨਫੈਂਟਰੀ ਦੀ ਐਂਟੀ ਟੈਂਕ ਐਕਸ਼ਨਸ ਦੇ ਨਾਲ। ਤਾਂ ਐਂਟੀ ਟੈਂਕ ਐਕਸ਼ਨਸ ਦਾ ਮਤਲਬ ਹੈ ਕਿ ਟੈਂਕਾਂ ਨੂੰ ਤਬਾਹ ਕਰਨ ਵਾਲੇ ਐਕਸ਼ਨਸ, ਤੇ ਕਿਹਨੇ ਕੀਤੇ ਸੀ? ਅਬਦੁਲ ਹਮੀਦ ਵਰਗੇ ਸਿਪਾਹੀਆਂ ਨੇ ਕੀਤੇ ਸੀ ਅਤੇ ਸਕਸੈਸਫੁਲ ਐਕਸ਼ਨਸ ਕੀਤੇ ਸੀ। ਮਤਲਬ ਕਿ ਉਹਨਾਂ ਨੇ ਬਹੁਤ ਹੀ ਸਫਲਤਾਪੂਰਵਕ ਇਹਨਾਂ ਟੈਂਕਾਂ ਨੂੰ ਤਬਾਹ ਕੀਤਾ ਸੀ, ਜਿਸ ਦੇ ਕਰਕੇ ਇਹਨਾਂ ਟੈਂਕਾਂ ਦੀ ਇੱਜ਼ਤ ਨੂੰ ਵੀ ਦਾਗ ਲੱਗਿਆ ਸੀ। At 8 hours on 10 September 1965, Pakistan forces launched an attack with a regiment of pattern tanks on a vital area ahead of village Chima on the Pikhivind Road in the Khemkan sector. 10 ਸਤੰਬਰ 1965 ਈਸਵੀ ਨੂੰ 8 ਵਜੇ ਪਾਕਿਸਤਾਨੀ ਫੌਜਾਂ ਨੇ ਇੱਕ ਹਮਲਾ ਕੀਤਾ ਜੀ, ਅਤੇ ਉਹਨਾਂ ਦੀ ਫੌਜ ਦੇ ਵਿੱਚ ਪੈਟਰਨ ਟੈਂਕ ਦੀ ਪੂਰੀ ਰੈਜੀਮੈਂਟ ਸੀ, ਪੂਰੀ ਟੁਕੜੀ ਸੀ, ਅਤੇ ਉਹਨਾਂ ਨੇ ਹਮਲਾ ਕੀਤਾ ਖੇਮਕਰਨ ਸੈਕਟਰ ਦੇ ਭਿੱਖੀਵਿੰਡ ਰੋਡ ਦੇ ਕੋਲੇ ਇੱਕ ਚੀਮਾ ਪਿੰਡ ਪੈਂਦਾ ਹੈ ਜੀ। ਤਾਂ ਉਸ ਤੋਂ ਥੋੜ੍ਹਾ ਜਿਹਾ ਅੱਗੇ ਖੇਤਰ 'ਤੇ ਇਹਨਾਂ ਫੌਜਾਂ ਨੇ ਅਟੈਕ ਕਰਿਆ। ਇੰਟੈਂਸ ਆਰਟਿਲਰੀ ਸ਼ੈਲਿੰਗ ਪ੍ਰਸੀਡਿਡ ਦਾ ਅਟੈਕ। ਅਟੈਕ ਤੋਂ ਪਹਿਲਾਂ, ਹਮਲੇ ਤੋਂ ਪਹਿਲਾਂ ਇੱਕ ਬਹੁਤ ਹੀ ਜ਼ਿਆਦਾ ਗੋਲਾਬਾਰੀ ਹੋਈ ਜੀ। ਪ੍ਰਸੀਡ ਦਾ ਮਤਲਬ ਹੁੰਦਾ ਉਸ ਤੋਂ ਪਹਿਲਾਂ, ਕਿਸੇ ਚੀਜ਼ ਤੋਂ ਜਦੋਂ ਕੋਈ ਚੀਜ਼ ਪਹਿਲਾਂ ਹੁੰਦੀ ਹੈ ਤਾਂ ਉਸ ਨੂੰ ਅਸੀਂ ਪ੍ਰਸੀਡ ਕਹਿੰਦੇ ਹਾਂ। ਪੈਟਰਨ ਟੈਂਕਾਂ ਦੇ ਹਮਲਾ ਕਰਨ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਗੋਲਾਬਾਰੀ ਕੀਤੀ ਪਾਕਿਸਤਾਨੀ ਫੌਜ ਨੇ। The enemy tanks penetrated the forward position by 9 hours. 9 ਵਜੇ ਇਹ ਜਿਹੜੇ ਪੈਟਰਨ ਟੈਂਕ ਸੀਗੇ, ਦੁਸ਼ਮਣ ਦੇ ਪੈਟਰਨ ਟੈਂਕ ਸੀਗੇ, ਇਹ ਅਗਲੀ ਕਤਾਰ ਦੇ ਵਿੱਚ ਆ ਗਏ। ਪੈਨੀਟ੍ਰੇਟ ਦਾ ਮਤਲਬ ਵਿੱਚੋਂ ਦੀ ਲੰਘ ਕੇ ਅੱਗੇ ਆ ਗਏ। ਪਹਿਲਾਂ ਟੈਂਕ ਅੱਗੇ ਨਹੀਂ ਸੀ, ਲੇਕਿਨ ਬਾਅਦ ਵਿੱਚ ਗੋਲਾਬਾਰੀ ਕਰਨ ਤੋਂ ਬਾਅਦ ਪੈਟਰਨ ਟੈਂਕਾਂ ਨੇ ਅੱਗੇ ਮੋਰਚਾ ਸੰਭਾਲ ਲਿਆ। Realizing the grave situation, Company Quartermaster Havaldar Abdul Hamid, who was commander of an RCL gun detachment, moved out to a flanking position. ਹੁਣ ਇਸ ਬਹੁਤ ਹੀ ਗੰਭੀਰ ਸਿਚੁਏਸ਼ਨ ਨੂੰ ਭਾਂਪਦੇ ਹੋਏ, ਗ੍ਰੇਵ ਦਾ ਮਤਲਬ ਹੁੰਦਾ ਬੱਚਿਓ ਸੀਰੀਅਸ, ਬਹੁਤ ਹੀ ਗੰਭੀਰ ਮਸਲਾ ਸੀ, ਐਨੇ ਮਾਡਰਨ ਟੈਂਕਾਂ ਨੇ ਸਾਡੇ ਭਾਰਤ 'ਤੇ ਹਮਲਾ ਕਰਤਾ ਸੀ, ਤਾਂ ਇੱਕ ਬਹੁਤ ਹੀ ਗ੍ਰੇਵ ਸਿਚੁਏਸ਼ਨ ਸੀ। ਤਾਂ ਇਸ ਨੂੰ ਦੇਖਦੇ ਹੋਏ ਕੰਪਨੀ ਕੁਆਟਰ ਮਾਸਟਰ ਹਵਲਦਾਰ ਅਬਦੁਲ ਹਮੀਦ, ਜਿਹੜੇ ਕਿ ਇੱਕ RCL ਗਨ ਦੇ ਕਮਾਂਡਰ ਸੀ, RCL ਗਨ ਨੂੰ ਆਪਰੇਟ ਕਰਦੇ ਸੀ, ਉਹ ਫਲੈਂਕਿੰਗ ਪੋਜੀਸ਼ਨ ਵੱਲ ਆ ਗਏ ਨਾ। ਫਲੈਂਕਿੰਗ ਪੋਜੀਸ਼ਨ ਦਾ ਮਤਲਬ ਹੈ ਜੀ ਦਾ ਲੈਫਟ ਔਰ ਰਾਈਟ ਸਾਈਡ ਆਫ ਐਨ ਆਰਮੀ ਡਿਊਰਿੰਗ ਅ ਬੈਟਲ। ਇੱਕ ਫੌਜ ਚੱਲ ਰਹੀ ਹੁੰਦੀ ਹੈ, ਉਹਨਾਂ ਦੇ ਨਾਲ ਖੱਬੇ ਜਾਂ ਸੱਜੇ ਪਾਸੇ ਵਾਲਾ ਜਿਹੜਾ ਹਿੱਸਾ ਹੁੰਦਾ ਸੀ ਉਸ ਨੂੰ ਫਲੈਂਕਿੰਗ ਪੋਜੀਸ਼ਨ ਕਹਿੰਦੇ ਆ। ਤਾਂ ਇੱਥੇ ਬੱਚਿਓ RCL ਗਨ ਆਈ ਹੈ। RCL ਗਨ ਦਾ ਮਤਲਬ ਹੁੰਦਾ ਬੱਚਿਓ ਰੀਕੁਆਇਲਸ ਗਨ, ਜਿਵੇਂ ਕਿ ਤੁਸੀਂ ਪਿਕਚਰ 'ਚ ਦੇਖ ਪਾ ਰਹੇ ਹੋ। ਰੀਕੁਆਇਲਸ ਗਨ ਕੀ ਹੁੰਦੀ ਹੈ ਬੱਚਿਓ? ਕਾਫੀ ਵੱਡੀ ਗਨ ਹੁੰਦੀ ਹੈ, ਇਸ ਦੇ ਵਿੱਚੋਂ ਸ਼ੈਲਸ ਨਿਕਲਦੇ ਨੇ, ਕਾਫੀ ਦੂਰ ਤੱਕ ਜਾਂਦੇ ਨੇ, ਅਤੇ ਇਹਨਾਂ ਦੀ ਇੰਨੀ ਮਾਰ ਹੁੰਦੀ ਹੈ ਕਿ ਇਹ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਵੀ ਉਡਾ ਦਿੰਦੇ ਨੇ, ਉਹਨਾਂ ਨੂੰ ਵੀ ਤਬਾਹ ਕਰ ਦਿੰਦੇ ਨੇ। ਤਾਂ ਇਸ ਵਾਲੀ ਗਨ ਦੇ RCL ਗਨ ਜਿਹਨੂੰ ਆਪਾਂ ਕਹਿੰਦੇ ਹਾਂ, ਇਸ ਦੇ ਇਹ ਕਮਾਂਡਰ ਸੀ, ਇਸ ਨੂੰ ਇਹ ਆਪਰੇਟ ਕਰਦੇ ਸੀ। ਤੇ ਫਿਰ ਇਹਨਾਂ ਨੇ ਕੀ ਕੀਤਾ? ਵਿਦ ਹਿਸ ਗਨ ਮਾਊਂਟਡ ਔਨ ਅ ਜੀਪ ਅੰਡਰ ਇੰਟੈਂਸ ਐਨੀਮੀ ਸ਼ੈਲਿੰਗ ਐਂਡ ਟੈਂਕ ਫਾਇਰ। ਫਿਰ ਇਹਨਾਂ ਨੇ ਆਪਣੀ ਉਹੀ RCL ਗਨ ਆਪਣੀ ਜੀਪ ਦੇ ਉੱਪਰ ਰੱਖ ਲਈ,
ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ, ਅਤੇ ਇਹ ਉਸ ਪੋਜੀਸ਼ਨ ਤੇ ਡਟੇ ਰਹੇ, ਫਲੈਂਕਿੰਗ ਪੋਜੀਸ਼ਨ ਤੇ ਡਟੇ ਰਹੇ। ਹਾਲਾਂਕਿ ਦੁਸ਼ਮਣ ਦੀ ਸ਼ੈਲਿੰਗ ਹੋ ਰਹੀ ਸੀ, ਗੋਲਾਬਾਰੀ ਹੋ ਰਹੀ ਸੀ ਅਤੇ ਟੈਂਕ ਵੀ ਫਾਇਰ ਕਰ ਰਹੇ ਸੀ, ਬਹੁਤ ਜ਼ਿਆਦਾ ਕਰ ਰਹੇ ਸੀ। ਇੰਟੈਂਸ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ। ਇੰਨੀ ਜ਼ਿਆਦਾ ਗੋਲਾਬਾਰੀ ਦੇ ਵਿੱਚ ਅਤੇ ਟੈਂਕ ਫਾਇਰ ਦੇ ਵਿੱਚ ਇਹਨਾਂ ਨੇ ਆਪਣੀ ਫਲੈਂਕਿੰਗ ਪੋਜੀਸ਼ਨ ਬਣਾਈ ਰੱਖੀ ਅਤੇ ਦੁਸ਼ਮਣਾਂ ਤੇ ਹਮਲੇ ਜਾਰੀ ਰੱਖੇ। ਟੇਕਿੰਗ ਐਨ ਐਡਵਾਂਟੇਜਸ ਪੋਜੀਸ਼ਨ, ਹੀ ਨੋਕਡ ਆਊਟ ਦਾ ਲੀਡਿੰਗ ਐਨੀਮੀ ਟੈਂਕ ਐਂਡ ਦੈਨ ਸਵਿਫਟਲੀ ਚੇਂਜਿੰਗ ਹਿਸ ਪੋਜੀਸ਼ਨ ਹੀ ਸੈਟ ਅਨਦਰ ਟੈਂਕ ਅਪ ਇਨ ਫਲੇਮ। ਤਾਂ ਇੱਕ ਵਧੀਆ ਪੋਜੀਸ਼ਨ ਲੈਂਦੇ ਹੋਏ ਇੱਕ ਵਧੀਆ ਜਗ੍ਹਾ ਤੇ ਖੜ ਕੇ ਇਹਨਾਂ ਨੇ ਅੱਗੇ ਵੱਧ ਰਹੇ ਐਨੀਮੀ ਟੈਂਕ ਨੂੰ ਨੌਕਆਊਟ ਕਰਤਾ। ਨਾ ਨੌਕਆਊਟ ਦਾ ਮਤਲਬ ਹੁੰਦਾ ਗਿਰਾ ਦੇਣਾ, ਮਤਲਬ ਆਪਣੀ ਇਹਨਾਂ ਨੇ RCL ਗਨ ਦੇ ਨਾਲ ਫਾਇਰ ਕੀਤਾ ਹੋਣਾ ਤੇ ਉਹ ਪੈਂਟਨ ਟੈਂਕ ਖਤਮ ਹੋ ਗਿਆ। ਨੌਕਆਊਟ ਸ਼ਬਦ ਬੱਚਿਓ ਤੁਸੀਂ ਕਈ ਵਾਰੀ ਸੁਣਿਆ ਹੋਣਾ, ਇਹ ਬਾਕਸਿੰਗ ਦੇ ਵਿੱਚ ਵੀ ਜਦੋਂ ਕੋਈ ਪੰਚ ਮਾਰਦਾ ਮੁੱਕੇਬਾਜ਼ ਦੂਸਰੇ ਮੁੱਕੇਬਾਜ਼ ਨੂੰ ਤੇ ਉਹ ਥੱਲੇ ਡਿੱਗ ਜਾਂਦਾ ਤੇ ਫਿਰ 10 ਕਾਊਂਟ ਕਰਨ ਤੋਂ ਬਾਅਦ ਉੱਠਦਾ ਨਹੀਂ ਤਾਂ ਆਪਾਂ ਕਹਿੰਦੇ ਹਾਂ ਕਿ ਨੌਕਆਊਟ ਹੋ ਗਿਆ ਉਹ। ਤਾਂ ਨੌਕਆਊਟ ਦਾ ਮਤਲਬ ਹੁੰਦਾ ਗਿਰਾ ਦੇਣਾ। ਤਾਂ ਇਹਨਾਂ ਨੇ ਇੱਕ ਦੁਸ਼ਮਣਾਂ ਦਾ ਟੈਂਕ ਗਿਰਾ ਦਿੱਤਾ। ਐਂਡ ਦੈਨ ਸਵਿਫਟਲੀ ਚੇਂਜਿੰਗ ਹਿਸ ਪੋਜੀਸ਼ਨ, ਅਤੇ ਆਪਣੀ ਪੋਜੀਸ਼ਨ ਨੂੰ ਤੇਜ਼ੀ ਨਾਲ ਚੇਂਜ ਕਰਦੇ ਹੋਏ। ਸਵਿਫਟੀ ਦਾ ਮਤਲਬ ਤੇਜ਼ੀ ਨਾਲ। ਹੀ ਸੈਟ ਅਨਦਰ ਟੈਂਕ ਅਪ ਇਨ ਫਲੇਮਸ, ਉਹਨਾਂ ਨੇ ਇੱਕ ਹੋਰ ਟੈਂਕ ਨੂੰ ਅੱਗ ਲਾ ਦਿੱਤੀ। ਨਾਓ ਸੈਟ ਸਮਥਿੰਗ ਅਪ ਇਨ ਫਲੇਮਸ ਦਾ ਮਤਲਬ ਹੁੰਦਾ ਕਿ ਕਿਸੇ ਨੂੰ ਅੱਗ ਲਗਾ ਦੇਣਾ। ਤਾਂ ਆਪਣੇ ਫਾਇਰ ਦੇ ਨਾਲ ਇੱਕ ਹੋਰ ਟੈਂਕ ਤਬਾਹ ਕਰਤਾ, ਮਤਲਬ ਇਹਨੇ 2 ਟੈਂਕ ਤਬਾਹ ਕਰਤੇ। ਬਾਈ ਦਿਸ ਟਾਈਮ ਦਾ ਐਨੀਮੀ ਟੈਂਕਸ ਇਨ ਦਾ ਏਰੀਆ ਸਪੋਟਡ ਹਿਮ, ਪਰ ਇਸ ਸਮੇਂ ਤੱਕ ਇੱਕ ਦੁਸ਼ਮਣ ਦੇ ਟੈਂਕ ਨੇ ਇਹਨਾਂ ਨੂੰ ਦੇਖ ਲਿਆ। ਸਪੋਟ ਦਾ ਮਤਲਬ ਹੁੰਦਾ ਇਹਨਾਂ ਦੀ ਜਗ੍ਹਾ ਦੇਖ ਲਈ। ਐਂਡ ਬ੍ਰੌਟ ਹਿਸ ਜੀਪ ਅੰਡਰ ਕਨਸੈਂਟਰੇਟਿਡ ਮਸ਼ੀਨ ਗਨ, ਅਤੇ ਉਹਨਾਂ ਦੀ ਜੀਪ ਤੇ ਲਗਾਤਾਰ ਮਸ਼ੀਨ ਗਨ ਦੇ ਫਾਇਰ ਕਰਨੇ ਸ਼ੁਰੂ ਕਰਤੇ। ਆਪਣੀਆਂ ਮਸ਼ੀਨ ਗਨਾਂ ਤੋਂ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਐਂਡ ਹਾਈ ਐਕਸਪਲੋਸਿਵ ਫਾਇਰ, ਅਤੇ ਬਹੁਤ ਹੀ ਜ਼ਿਆਦਾ ਐਕਸਪਲੋਸਿਵ ਫਾਇਰ ਕੀਤੇ, ਵਿਸਫੋਟ ਕਰਨ ਵਾਲੇ ਫਾਇਰ ਕੀਤੇ। Undeterred, Havaldar Abdul Hamid kept on firing on yet another enemy tank with his recoilless gun. Undeterred ਦਾ ਮਤਲਬ ਦੇਖੋ ਬੱਚਿਓ ਗਲੋਸਰੀ 'ਚ ਲਿਖਿਆ ਹੈ brave without loss of courage or will power. Undeterred ਜਿਹੜਾ ਬੰਦਾ ਹਿੱਲਦਾ ਨਹੀਂ, ਆਪਣੀ ਚੱਟਾਨ ਵਾਂਗੂ ਖੜਿਆ ਰਹਿੰਦਾ, ਆਪਣੇ ਜਜ਼ਬੇ ਤੇ ਆਪਣਾ ਹੌਸਲਾ ਨਹੀਂ ਹਾਰਦਾ, ਵਿਲ ਪਾਵਰ ਨੂੰ ਨਹੀਂ ਹਾਰਦਾ। ਤਾਂ ਅਬਦੁਲ ਹਮੀਦ ਫਾਇਰ ਕਰਦੇ ਰਹੇ। ਕੀਪ ਔਨ ਫਾਇਰਿੰਗ, ਕੀਪ ਔਨ ਫਾਇਰਿੰਗ ਦਾ ਮਤਲਬ ਉਹ ਫਾਇਰ ਕਰਦੇ ਰਹੇ ਆਪਣੀ recoilless ਗਨ ਦੇ ਨਾਲ, ਉਹ ਹੋਰ ਐਨੀਮੀ ਟੈਂਕ ਤੇ ਫਾਇਰ ਕਰਦੇ ਰਹੇ। While doing so, he was mortally wounded by an enemy high explosive shell. ਇਹ ਕਰਦੇ ਹੋਏ ਇੱਕ ਬਹੁਤ ਹੀ ਵੱਡੇ ਧਮਾਕੇ ਨੇ, ਐਕਸਪਲੋਸਿਵ ਸ਼ੈਲ ਨੇ, ਮਤਲਬ ਧਮਾਕਾ ਕਰਨ ਵਾਲੇ ਸ਼ੈਲ ਨੇ, ਗੋਲੇ ਨੇ ਇਹਨਾਂ ਨੂੰ ਬਹੁਤ ਹੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਮੋਰਟਲੀ ਵੂੰਡਡ ਦਾ ਮਤਲਬ ਹੁੰਦਾ ਇੰਨਾ ਜ਼ਖਮੀ ਹੋ ਜਾਣਾ ਕਿ ਬੰਦੇ ਦੀ ਡੈਥ ਹੋ ਜੇ, ਤਾਂ ਇਹ ਸ਼ਹੀਦੀ ਪ੍ਰਾਪਤ ਕਰ ਗਏ। Havaldar Abdul Hamid's brave action inspired his comrades to put up a gallant fight and to beat back the heavy tank assault by the enemy. ਤਾਂ ਹਵਲਦਾਰ ਅਬਦੁਲ ਹਮੀਦ ਦੀ ਬਹਾਦਰੀ ਭਰੇ ਕਾਰਨਾਮੇ ਨੇ ਇੰਸਪਾਇਰ ਕੀਤਾ, ਪ੍ਰੇਰਨਾ ਦਿੱਤੀ ਆਪਣੇ ਸਾਥੀਆਂ ਨੂੰ। ਇੰਸਪਾਇਰ ਦਾ ਮਤਲਬ ਹੁੰਦਾ ਬੇਟਾ ਪ੍ਰੇਰਨਾ ਦੇਣੀ, ਕਾਮਰੇਡਸ ਦਾ ਮਤਲਬ ਹੋ ਗਏ ਸਾਥੀ, ਤਾਂ ਕਿ ਉਹ ਇੱਕ ਬਹਾਦਰੀ ਵਾਲੀ ਫਾਈਟ ਲੜਨ। ਪੁੱਟ ਅਪ ਆ ਗੈਲੈਂਟ ਫਾਈਟ, ਗੈਲੈਂਟ ਸ਼ਬਦ ਪਹਿਲਾਂ ਵੀ ਹੈ ਬੱਚਿਓ, ਗੈਲੈਂਟਰੀ ਅਵਾਰਡ ਤੁਹਾਨੂੰ ਯਾਦ ਹੋਣਾ। ਤਾਂ ਗੈਲੈਂਟਰੀ ਸ਼ਬਦ ਗੈਲੈਂਟ ਤੋਂ ਹੀ ਬਣਦਾ, ਤਾਂ ਗੈਲੈਂਟ ਦਾ ਮਤਲਬ ਬਹਾਦਰੀ ਵਾਲੀ ਫਾਈਟ ਉਹਨਾਂ ਨੇ ਲੜੀ, ਅਤੇ ਉਹਨਾਂ ਨੇ ਹੈਵੀ ਟੈਂਕ ਜਿਹੜੇ ਅਸੌਲਟ, ਹੈਵੀ ਟੈਂਕਾਂ ਦੇ ਨਾਲ ਹਮਲਾ ਹੋਇਆ ਸੀ ਦੁਸ਼ਮਣਾਂ ਦਾ, ਉਸ ਨੂੰ ਉਹਨਾਂ ਨੇ ਪਿੱਛੇ ਧੱਕ ਦਿੱਤਾ, ਟੂ ਬੀਟ ਬੈਕ। His complete disregard for his personal safety during the operation and his sustained acts of bravery in the face of constant enemy fire were a shining example not only to his unit but also to the whole division and were in the highest traditions of the Indian Army. ਇਹ ਕਰਦੇ ਹੋਏ ਉਹਨਾਂ ਨੇ ਆਪਣੀ ਪਰਸਨਲ ਸੇਫਟੀ ਦਾ ਬਿਲਕੁਲ ਹੀ ਧਿਆਨ ਨਹੀਂ ਰੱਖਿਆ। ਹਿਸ ਕੰਪਲੀਟ ਡਿਸਰੀਗਾਰਡ, ਉਹਨਾਂ ਨੇ ਆਪਣਾ ਬਿਲਕੁਲ ਹੀ ਧਿਆਨ ਨਹੀਂ ਰੱਖਿਆ, ਸਿਰਫ ਦੇਸ਼ ਦਾ ਧਿਆਨ ਰੱਖਿਆ ਇਸ ਆਪਰੇਸ਼ਨ ਦੇ ਦੌਰਾਨ, ਅਤੇ ਉਹਨਾਂ ਨੇ ਲਗਾਤਾਰ ਬਰੇਵਰੀ ਦਾ, ਬਹਾਦਰੀ ਦਾ ਮੁਜ਼ਾਹਰਾ ਕੀਤਾ। ਕਦੋਂ? ਜਦੋਂ ਕਿ ਲਗਾਤਾਰ ਦੁਸ਼ਮਣ ਦੀ ਫਾਇਰ ਹੋ ਰਹੀ ਸੀ, ਇਨ ਦਾ ਫੇਸ ਆਫ ਕੌਨਸਟੈਂਟ ਐਨਮੀ ਫਾਇਰ, ਅਤੇ ਇਹ ਇੱਕ ਸ਼ਾਈਨਿੰਗ ਐਗਜ਼ਾਮਪਲ ਹੈ, ਚਮਕਦੀ ਹੋਈ ਉਦਾਹਰਨ ਹੈ ਉਸ ਦੀ ਕੇਵਲ ਯੂਨਿਟ ਲਈ ਹੀ ਨਹੀਂ, ਵੀਰ ਹਵਾਲਦਾਰ ਦੀ ਯੂਨਿਟ, ਉਸ ਦੀ ਫੌਜ ਦੀ ਟੁਕੜੀ ਲਈ ਹੀ ਨਹੀਂ, ਸਗੋਂ ਸਾਰੀ ਡਿਵੀਜ਼ਨ ਦੇ ਲਈ, ਬਟ ਆਲਸੋ ਟੂ ਦਾ ਹੋਲ ਡਿਵੀਜ਼ਨ, ਸਾਰੀ ਫੌਜ ਦੇ ਲਈ ਇਹ ਇੱਕ ਬਹਾਦਰੀ ਦੀ ਐਗਜ਼ਾਮਪਲ ਹੈ। ਅਤੇ ਇਹ ਭਾਰਤੀ ਫੌਜ ਦੇ ਵਿੱਚ ਸਭ ਤੋਂ ਉੱਚੀ ਥਾਂ ਰੱਖਦੀ ਹੈ ਉਹਨਾਂ ਦੀ ਬਰੇਵਰੀ, ਜੋ ਉਹਨਾਂ ਨੇ ਯੁੱਧ ਦੇ ਮੈਦਾਨ ਦੇ ਵਿੱਚ ਸ਼ੋਅ ਕੀਤੀ। ਤਾਂ ਬੱਚਿਓ ਵੀਰ ਹਵਾਲਦਾਰ ਅਬਦੁਲ ਹਮੀਦ 'ਤੇ ਵੀ ਬਹੁਤ ਸਾਰੀਆਂ ਡਾਕੂਮੈਂਟਰੀਜ਼ ਬਣੀਆਂ ਹੋਈਆਂ ਨੇ, ਬਹੁਤ ਸਾਰੇ ਸੀਰੀਅਲਸ ਬਣੇ ਹੋਏ ਨੇ, ਇਹ ਤੁਸੀਂ ਦੇਖ ਸਕਦੇ ਹੋ। YouTube ਦੇ ਉੱਪਰ ਵੀ ਪਏ ਨੇ, ਹੋਰ ਵੀ ਕਈ ਥਾਵਾਂ 'ਤੇ ਤੁਹਾਨੂੰ ਮਿਲ ਜਾਣਗੇ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ, ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ
ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਸਾਡੇ ਨੈਕਸਟ ਪਰਮਵੀਰ ਚੱਕਰ ਵਿਜੇਤਾ ਨੇ ਜੀ ਫਲਾਇੰਗ ਆਫਿਸਰ ਨਿਰਮਲਜੀਤ ਸਿੰਘ ਸੇਖੋਂ PVC। ਤੇ ਇਹਨਾਂ ਦੀ ਲਾਈਫ ਡਿਊਰੇਸ਼ਨ ਹੈ ਜੀ 17 ਜੁਲਾਈ 1943 ਟੂ 14 December 1971। ਹੀ ਵਾਜ਼ ਐਨ ਆਫਿਸਰ ਆਫ ਦੀ ਇੰਡੀਅਨ ਏਅਰਫੋਰਸ। ਇੰਡੀਅਨ ਏਅਰਫੋਰਸ ਦੇ ਵਿੱਚ ਇੱਕ ਅਫਸਰ ਸੀਗੇ ਜੀ। ਹੀ ਵਾਜ਼ ਪੋਸਟਿਊਮਸਲੀ ਅਵਾਰਡਡ ਦਾ ਪਰਮਵੀਰ ਚੱਕਰ, ਇੰਡੀਆਜ਼ ਹਾਈਐਸਟ military decoration, in recognition of his lone defense of Srinagar Air Base against a Pakistan air raid during the Indo-Pak War of 1971। ਤਾਂ ਇਸ ਪਾਰਟ ਦੇ ਵਿੱਚ ਭਾਰਤ ਪਾਕਿਸਤਾਨ ਲੜਾਈ ਜਿਹੜੀ 1971 ਦੇ ਵਿੱਚ ਹੋਈ ਹੈ ਜੀ, ਉਸ ਦਾ ਜ਼ਿਕਰ ਹੈ। ਹਰ ਇੱਕ ਪਾਰਟ ਦੇ ਵਿੱਚ ਅਲੱਗ-ਅਲੱਗ ਲੜਾਈ ਦਾ ਜ਼ਿਕਰ ਹੈ। ਇਸ ਵਾਲੇ ਪਾਰਟ ਦੇ ਵਿੱਚ 1971 ਦੀ ਲੜਾਈ ਦਾ ਜ਼ਿਕਰ ਹੈ ਅਤੇ ਇਸ ਦੇ ਵਿੱਚ ਨਿਰਮਲਜੀਤ ਸਿੰਘ ਸੇਖੋਂ ਨੂੰ ਪਰਮਵੀਰ ਚੱਕਰ ਮਿਲਿਆ ਸੀ। ਉਹਨਾਂ ਨੂੰ ਮਰਨੋਂ ਉਪਰੰਤ ਇਹ ਪਰਮਵੀਰ ਚੱਕਰ ਅਵਾਰਡ ਦਿੱਤਾ ਗਿਆ, ਜੋ ਕਿ ਸਾਡੀ ਭਾਰਤ ਦਾ ਸਭ ਤੋਂ ਉੱਚਾ ਮਿਲਟਰੀ ਡੈਕੋਰੇਸ਼ਨ ਹੈ, ਮਿਲਟਰੀ ਦੇ ਵਿੱਚ ਦਿੱਤਾ ਜਾਣ ਵਾਲਾ ਸਨਮਾਨ ਹੈ, ਕਿਉਂਕਿ ਉਹਨਾਂ ਨੇ ਇਕੱਲਿਆਂ ਲੋਨ ਡਿਫੈਂਸ ਦਾ ਮਤਲਬ ਇਕੱਲੇ ਹੋ ਕੇ, ਇਕੱਲੇ ਸੀ ਜੀ ਉਦੋਂ, ਉਹਨਾਂ ਨੇ ਸ਼੍ਰੀਨਗਰ ਏਅਰ ਬੇਸ ਦੇ ਵਿੱਚ ਲੜਾਈ ਲੜੀ ਸੀ ਪਾਕਿਸਤਾਨ ਏਅਰ ਰੇਡ ਦੇ ਖਿਲਾਫ। ਪਾਕਿਸਤਾਨੀਆਂ ਨੇ ਹਵਾਈ ਹਮਲਾ ਕੀਤਾ ਸੀਗਾ ਜੀ ਇਸ ਲੜਾਈ ਦੇ ਵਿੱਚ। During the Indo-Pak War of 1971, he was assigned to the number 18 Squadron, the Flying Bullets, flying the Folland Net fighter aircraft based on Srinagar। ਤਾਂ ਇਸ ਇੰਡੋ-ਪਾਕ ਲੜਾਈ 1971 ਦੇ ਦੌਰਾਨ ਉਹਨਾਂ ਦੀ ਡਿਊਟੀ ਸੀ ਜੀ ਨੰਬਰ 18 ਸਕੁਐਡਰਨ। ਇਹ ਏਅਰਫੋਰਸ ਦੀ ਟੁਕੜੀ ਹੁੰਦੀ ਹੈ ਜੀ, ਇਸ ਦਾ ਨਾਮ ਹੈ ਨੰਬਰ 18 ਸਕੁਐਡਰਨ, ਜਿਸ ਨੂੰ ਕਿ ਦਾ ਫਲਾਇੰਗ ਬੁਲੇਟਸ ਵੀ ਕਿਹਾ ਜਾਂਦਾ ਹੈ। ਤਾਂ ਦਾ ਫਲਾਇੰਗ ਬੁਲੇਟਸ ਦੇ ਵਿੱਚ ਇਹ ਆਪਣੀ ਡਿਊਟੀ ਨਿਭਾ ਰਹੇ ਸੀ ਅਤੇ ਇਹ ਇੱਕ ਏਅਰਕ੍ਰਾਫਟ ਉਡਾ ਰਹੇ ਸੀ, ਇੱਕ ਲੜਾਕੂ ਜਹਾਜ਼ ਇਹ ਉਡਾਉਂਦੇ ਸੀਗੇ, ਉਸ ਦਾ ਨਾਮ ਸੀ ਫੋਲੈਂਡ ਨੈਟ ਫਾਈਟਰ ਏਅਰਕ੍ਰਾਫਟ। ਤਾਂ ਜਿਵੇਂ ਕਿ ਤੁਸੀਂ ਬੱਚਿਓ ਪਿਕ ਦੇ ਵਿੱਚ ਦੇਖ ਪਾ ਰਹੇ ਹੋ, ਇਸ ਤਰ੍ਹਾਂ ਦਾ ਏਅਰਕ੍ਰਾਫਟ ਹੈ ਜੀ ਫੋਲੈਂਡ ਨੈਟ ਫਾਈਟਰ ਏਅਰਕ੍ਰਾਫਟ ਹੁੰਦਾ ਜੀ ਇਹ। ਤਾਂ ਇਹਨਾਂ ਦੀ ਡਿਊਟੀ ਸ਼੍ਰੀਨਗਰ ਸੀ। On 14 December 1971, Srinagar airfield was attacked by 6 Pakistani Air Force F-86 jets। 14 ਦਸੰਬਰ 1971 ਨੂੰ ਸ਼੍ਰੀਨਗਰ ਦਾ ਜਿਹੜਾ ਏਅਰਫੀਲਡ ਸੀ, ਜਿਸ 'ਤੇ ਕਿ ਆਪਣੇ ਏਅਰਕ੍ਰਾਫਟ ਖੜ੍ਹੇ ਹੁੰਦੇ ਨੇ ਜੀ, ਜਿੱਥੇ ਆਪਣੇ ਹਵਾਈ ਜਹਾਜ਼ ਖੜ੍ਹੇ ਹੁੰਦੇ ਨੇ ਜਿਸ ਖੇਤਰ ਦੇ ਵਿੱਚ, ਤਾਂ ਉਸ ਨੂੰ ਆਪਾਂ ਏਅਰਫੀਲਡ ਕਹਿੰਦੇ ਹਾਂ। ਉਸ 'ਤੇ ਅਟੈਕ ਕੀਤਾ ਗਿਆ 6 ਪਾਕਿਸਤਾਨੀ ਏਅਰਫੋਰਸ F-86 ਜੈਟਾਂ ਦੁਆਰਾ। ਤਾਂ F-86 ਜੈਟਸ ਉਸ ਸਮੇਂ ਕਾਫੀ ਐਡਵਾਂਸ ਫਾਈਟਰ ਏਅਰਕ੍ਰਾਫਟ ਸੀਗੇ ਜੀ। ਉਹਨਾਂ ਦੇ ਨਾਲ ਪਾਕਿਸਤਾਨੀ ਏਅਰਫੋਰਸ ਨੇ ਅਟੈਕ ਕੀਤਾ ਅਤੇ ਟੋਟਲ F-86 ਜੈਟਸ ਕਿੰਨੇ ਸੀ ਜੀ? 6। ਤਾਂ 6 ਲੜਾਕੂ ਹਵਾਈ ਜਹਾਜ਼ਾਂ ਨੇ ਸਾਡੇ ਭਾਰਤ ਦੇ ਸ਼੍ਰੀਨਗਰ ਵਾਲੇ ਏਅਰਫੀਲਡ 'ਤੇ ਅਟੈਕ ਕੀਤਾ। ਫਲਾਇੰਗ ਆਫਿਸਰ ਸੇਖੋਂ ਵਾਜ਼ ਔਨ ਰੈਡੀਨੈਸ ਡਿਊਟੀ ਐਟ ਦੈਟ ਟਾਈਮ। ਤਾਂ ਉਸ ਸਮੇਂ ਸ਼੍ਰੀਨਗਰ ਦੇ ਏਅਰਫੀਲਡ ਬੇਸ ਦੇ ਉੱਪਰ ਡਿਊਟੀ 'ਤੇ ਸੀ ਜੀ ਨਿਰਮਲਜੀਤ ਸਿੰਘ ਸੇਖੋਂ। ਸੂਨ ਦਾ ਐਨੀਮੀ ਏਅਰਕ੍ਰਾਫਟ ਅਟੈਕ ਦਾ ਏਅਰਫੀਲਡ ਸਟ੍ਰੇਫਿੰਗ ਗਰਾਊਂਡ ਟਾਰਗੇਟਸ। ਜਲਦੀ ਹੀ ਇਹੀ 6 ਲੜਾਕੂ ਹਵਾਈ ਜਹਾਜ਼ ਜੋ ਪਾਕਿਸਤਾਨ ਦੇ ਆਏ ਸੀ, ਉਹਨਾਂ ਨੇ ਏਅਰਫੀਲਡ ਦੇ ਉੱਪਰ ਅਟੈਕ ਕਰਤਾ, ਹਮਲਾ ਕਰਤਾ ਅਤੇ ਏਅਰਫੀਲਡ ਦੇ ਉੱਪਰ ਖੜ੍ਹੇ ਸਾਡੇ ਜਿਹੜੇ ਲੜਾਕੂ ਹਵਾਈ ਜਹਾਜ਼ ਸੀਗੇ ਉਹਨਾਂ 'ਤੇ ਇਹਨਾਂ ਨੇ ਫਾਇਰ ਕਰਨੀ ਸ਼ੁਰੂ ਕਰ ਦਿੱਤੀ। ਤਾਂ ਸਟ੍ਰੇਫਿੰਗ ਦਾ ਮਤਲਬ ਹੁੰਦਾ ਬੱਚਿਓ ਗਲੋਸਰੀ 'ਚ ਆਇਆ ਅਟੈਕਿੰਗ ਅ ਪਲੇਸ ਵਿਦ ਬੁਲੇਟਸ ਔਰ ਬੋਮਸ ਫਰੋਮ ਐਨ ਏਅਰਕ੍ਰਾਫਟ ਫਲਾਇੰਗ ਲੋ। ਤਾਂ ਜਦੋਂ ਕੋਈ ਲੜਾਕੂ ਹਵਾਈ ਜਹਾਜ਼ ਨੀਵਾਂ ਉੱਡਦਾ ਹੈ ਅਤੇ ਨੀਵੇਂ ਉੱਡ ਕੇ ਫਿਰ ਉਹ ਮਿਜ਼ਾਈਲਾਂ ਸਿੱਟਦਾ ਜਾਂ ਬੰਬ ਗਿਰਾਉਂਦਾ ਹੈ, ਫਾਇਰ ਕਰਦਾ ਹੈ ਨੀਚੇ ਗਰਾਊਂਡ ਦੇ ਟਾਰਗੇਟਸ 'ਤੇ, ਤਾਂ ਉਸ ਨੂੰ ਸਟ੍ਰੇਫਿੰਗ ਕਿਹਾ ਜਾਂਦਾ। ਅਤੇ ਇਹੀ ਕੰਮ ਕਰਨਾ ਸ਼ੁਰੂ ਕਰਤਾ ਜੀ ਪਾਕਿਸਤਾਨੀ ਲੜਾਕੂ ਹਵਾਈ ਜਹਾਜ਼ਾਂ ਨੇ, ਜਿਹੜੇ 6 ਆਏ ਸੀ, F-86 ਆਏ ਸੀ। ਅੰਡਰ ਹੈਵੀ ਫਾਇਰ ਹੀ ਵਾਜ਼ ਏਬਲ ਟੂ ਟੇਕ ਆਫ ਇਨ ਹਿਜ਼ ਨੈਟ ਐਂਡ ਇੰਗੇਜ ਦਾ ਸੇਬਰਸ। ਹੁਣ ਇੰਨੀ ਜ਼ਿਆਦਾ ਫਾਇਰਿੰਗ ਹੋ ਰਹੀ ਸੀ, 6 ਲੜਾਕੂ ਹਵਾਈ ਜਹਾਜ਼ ਲਗਾਤਾਰ ਫਾਇਰ ਕਰ ਰਹੇ ਸੀ, ਤਾਂ ਉਸ ਫਾਇਰ ਦੇ ਵਿੱਚ ਵੀ ਨਿਰਮਲਜੀਤ ਸਿੰਘ ਸੇਖੋਂ ਨੇ
ਟੇਕ ਆਫ ਕੀਤਾ ਆਪਣੇ ਨੈਟ ਨੂੰ। ਤਾਂ ਇੱਥੇ ਪਹਿਲਾਂ ਬੱਚਿਓ ਆਪਾਂ ਟੇਕ ਆਫ ਦੇਖ ਲੈਂਦੇ ਹਾਂ। ਤਾਂ ਟੇਕ ਆਫ ਬੱਚਿਓ ਇੱਕ ਫਰੇਜ਼ਲ ਵਰਬ ਹੁੰਦੀ ਹੈ। ਤਾਂ ਇਸ ਦਾ ਮਤਲਬ ਹੁੰਦਾ ਬੱਚਿਓ ਜਦੋਂ ਆਪਾਂ ਕੋਈ ਹਵਾਈ ਜਹਾਜ਼ ਜਾਂ ਲੜਾਕੂ ਹਵਾਈ ਜਹਾਜ਼ ਨੂੰ ਗਰਾਊਂਡ ਤੋਂ ਏਅਰ ਵੱਲ ਲੈ ਕੇ ਜਾਂਦੇ ਹਾਂ ਤਾਂ ਅਸੀਂ ਉਸ ਨੂੰ ਟੇਕ ਆਫ ਕਰਨਾ ਕਹਿੰਦੇ ਹਾਂ। ਤਾਂ ਇਹਨਾਂ ਨੇ ਆਪਣੇ ਲੜਾਕੂ ਹਵਾਈ ਜਹਾਜ਼ ਨੂੰ ਜਿਹੜਾ ਕਿ ਇੱਕ ਨੈਟ ਸੀ ਨਾ, ਵਾਟ ਇਜ਼ ਦਾ ਮੀਨਿੰਗ ਆਫ ਨੈਟ? ਨੈਟ ਲਿਖਿਆ ਹੋਇਆ ਜੀ, ਅ ਸਮਾਲ ਫਲਾਈ ਵਿਦ 2 ਵਿੰਗਸ, ਅ ਨੇਮ ਗਿਵਨ ਟੂ ਸਮਾਲ ਫਾਈਟਰ ਪਲੇਨ। ਇਹਨਾਂ ਕੋਲੇ ਜਿਹੜਾ ਫਾਈਟਰ ਪਲੇਨ ਸੀਗਾ ਉਹ ਅ ਸਮਾਲ ਫਾਈਟਰ ਪਲੇਨਸ। ਤਾਂ ਇਹਨਾਂ ਕੋਲੇ ਜਿਹੜਾ ਫਾਈਟਰ ਪਲੇਨ ਸੀ ਉਹ ਬਹੁਤ ਹੀ ਛੋਟਾ ਸੀ, ਉਹਨੂੰ ਆਪਾਂ ਨੈਟ ਕਹਿ ਸਕਦੇ ਹਾਂ। ਪਰ ਇਹਨਾਂ ਨੇ ਕਿਸ ਨੂੰ ਉਲਝਾ ਲਿਆ? ਸੇਬਰਸ ਨੂੰ। ਇੰਗੇਜ ਦਾ ਮਤਲਬ ਉਲਝਾ ਲਿਆ, ਯੁੱਧ 'ਚ ਉਲਝਾ ਲੈਣਾ। ਤਾਂ ਸੇਬਰ ਦਾ ਮਤਲਬ ਵੀ ਦੇਖ ਲੈਂਦੇ ਹਾਂ, ਅ ਸਵੋਰਡ ਵਿਦ ਅ ਕਰਵਡ ਬਲੇਡ, ਅ ਨੇਮ ਗਿਵਨ ਟੂ ਬਿਗ ਫਾਈਟਰ ਪਲੇਨਸ ਯੂਜ਼ਡ ਬਾਈ ਪਾਕਿਸਤਾਨ। ਤਾਂ ਪਾਕਿਸਤਾਨ ਨੇ ਜਿਹੜੇ ਵੱਡੇ ਫਾਈਟਰ ਪਲੇਨਸ ਲੈ ਕੇ ਆਏ ਸੀ, ਉਹ ਵੱਡੇ ਲੜਾਕੂ ਜਹਾਜ਼ ਲੈ ਕੇ ਆਏ ਸੀ, ਉਹਨਾਂ ਨੂੰ ਸੇਬਰ ਕਿਹਾ ਗਿਆ। ਤਾਂ ਇੱਕ ਪਾਸੇ ਨੈਟ ਹੈ, ਦੂਜੇ ਪਾਸੇ ਸੇਬਰ ਹੈ। ਸੇਬਰ ਵੀ 6 ਹੈ, 6 ਵੱਡੇ ਲੜਾਕੂ ਹਵਾਈ ਜਹਾਜ਼। ਤੇ ਸਾਡੇ ਨਿਰਮਲਜੀਤ ਸਿੰਘ ਸੇਖੋਂ ਕੋਲੇ ਛੋਟਾ ਲੜਾਕੂ ਹਵਾਈ ਜਹਾਜ਼ ਹੈ ਜਿਸ ਨੂੰ ਕਿ ਆਪਾਂ ਨੈਟ ਕਹਿੰਦੇ ਹਾਂ, ਤੇ ਉਹ ਵੀ ਇਕੱਲਾ। ਤਾਂ ਹੁਣ ਤੁਸੀਂ ਦੇਖੋ ਲੜਾਈ ਕਿੱਥੇ ਹੋ ਰਹੀ ਹੈ? 6 ਵੱਡੇ ਲੜਾਕੂ ਹਵਾਈ ਜਹਾਜ਼ਾਂ ਦੇ ਨਾਲ ਇੱਕ ਛੋਟੇ ਲੜਾਕੂ ਹਵਾਈ ਜਹਾਜ਼ ਦੀ ਲੜਾਈ ਹੋ ਰਹੀ ਹੈ। ਪਰ ਨਿਰਮਲਜੀਤ ਸੇਖੋਂ ਨੇ ਪਰਵਾਹ ਨਹੀਂ ਮੰਨੀ ਅਤੇ ਇੱਕ ਬਹਾਦਰੀ ਦਾ ਮੁਜ਼ਾਹਰਾ ਕੀਤਾ। ਕਿਵੇਂ? ਇਨ ਦਾ ਇਨਸਵਿੰਗ ਏਅਰ ਬੈਟਲ ਸੇਖੋਂ ਸਕੋਰਡ ਅ ਡਾਇਰੈਕਟ ਹਿੱਟ ਔਨ ਵਨ ਸੇਬਰ ਐਂਡ ਸੈਟ ਅਨਦਰ ਬਲੇਜ਼। ਤਾਂ ਜਦੋਂ ਲੜਾਈ ਹੋਈ, ਏਅਰ ਬੈਟਲ ਹੋਈ, ਹਵਾਈ ਲੜਾਈ ਹੋਈ, ਤਾਂ ਸੇਖੋਂ ਨੇ ਸਿੱਧਾ ਡਾਇਰੈਕਟ ਹਿੱਟ ਕੀਤਾ ਇੱਕ ਸੇਬਰ ਨੂੰ। ਇੱਕ ਸੇਬਰ ਦੇ ਉੱਪਰ ਉਹਨਾਂ ਨੇ ਅਟੈਕ ਕਰਿਆ, ਮਿਜ਼ਾਈਲ ਮਾਰੀ, ਅਤੇ ਇੱਕ ਹੋਰ ਨੂੰ ਸੈਟ ਅਬਲੇਜ਼ ਮਤਲਬ ਕਿ ਅੱਗ ਲਾ ਦਿੱਤੀ। ਪਹਿਲਾਂ ਵੀ ਫਰੇਜ਼ ਆਇਆ, ਉਹਦਾ ਮਤਲਬ ਹੁੰਦਾ ਅੱਗ ਲਾਣੀ। ਤਾਂ 2 ਸੇਬਰ ਨੂੰ ਹਿੱਟ ਕੀਤਾ, ਦੋਵਾਂ ਨੂੰ ਅੱਗ ਲਾਤੀ। ਦਾ ਲੈਟਰ ਵਾਜ਼ ਸੀਨ ਹੈਡਿੰਗ ਅਵੇ ਟੂਵਰਡਸ ਰਜੌਰੀ ਟ੍ਰੇਲਿੰਗ ਸਮੋਕ। ਤਾਂ ਜਿਹੜਾ ਬਾਅਦ 'ਚ ਉਹਨਾਂ ਨੇ ਦੂਜੇ ਨੰਬਰ 'ਤੇ ਜਿਸ ਨੂੰ ਹਿੱਟ ਕੀਤਾ ਸੀ, ਤਾਂ ਉਹ ਜਾਂਦਾ ਦੇਖਿਆ ਟੂਵਰਡਸ ਰਜੌਰੀ ਵੱਲ। ਰਜੌਰੀ ਇੱਕ ਜਗ੍ਹਾ ਦਾ ਨਾਮ ਹੈ ਜੀ, ਸ਼੍ਰੀਨਗਰ ਦੇ ਕੋਲ ਹੈ। ਤਾਂ ਉੱਧਰ ਨੂੰ ਜਾਂਦਾ ਦੇਖਿਆ ਤੇ ਉਸਦੇ ਪਿੱਛੋਂ ਦੀ ਕੀ ਨਿਕਲ ਰਹੀ ਸੀ? ਸਮੋਕ ਨਿਕਲ ਰਹੀ ਸੀ, ਬਿਕੋਜ਼ ਉਹ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਹਿੱਟ ਹੋ ਗਿਆ। The 4 remaining sabers pressed the attack and after a lengthy dogfight at treetop level, Sekho's aircraft was hit and he was killed। ਹੁਣ ਦੇਖੋ 6 ਵੱਡੇ ਲੜਾਕੂ ਹਵਾਈ ਜਹਾਜ਼ ਆਏ ਸੀ ਜਿਹਨੂੰ ਆਪਾਂ F-86 ਕਿਹਾ ਗਿਆ। 6 ਆਏ ਸੀ, 2 ਨੂੰ ਤਾਂ ਹਿੱਟ ਕਰਤਾ, ਰਹਿ ਗਏ 4। ਹੁਣ 4 ਨੇ ਅਟੈਕ ਕਰਨੇ ਸ਼ੁਰੂ ਕਰਤੇ ਨਿਰਮਲਜੀਤ ਸਿੰਘ ਸੇਖੋਂ ਦੇ ਨੈਟ ਤੇ, ਛੋਟੇ ਜਿਹੇ ਲੜਾਕੂ ਹਵਾਈ ਜਹਾਜ਼ ਤੇ। ਤਾਂ ਕਾਫੀ ਲੈਂਥੀ ਡੌਗ ਫਾਈਟ ਹੋਈ। ਤਾਂ ਇੱਥੇ ਬੱਚਿਓ ਇੱਕ ਵਰਡ ਆਇਆ ਬੜਾ ਇੰਟਰਸਟਿੰਗ, ਡੌਗ ਫਾਈਟ। ਤਾਂ ਡੌਗ ਫਾਈਟ ਦਾ ਮਤਲਬ ਬੱਚਿਓ ਇੱਥੇ ਉਹ ਐਨੀਮਲਸ ਵਾਲੀ ਡੌਗ ਫਾਈਟ ਨਹੀਂ ਹੈ। ਡੌਗ ਫਾਈਟ ਦਾ ਮਤਲਬ ਇੱਥੇ ਇਹ ਹੈ ਕਿ ਜਦੋਂ ਲੜਾਕੂ ਹਵਾਈ ਜਹਾਜ਼ਾਂ ਦੀ ਏਅਰ ਦੇ ਵਿੱਚ, ਹਵਾ ਦੇ ਵਿੱਚ ਲੜਾਈ ਹੁੰਦੀ ਹੈ, ਉਹਨੂੰ ਆਪਾਂ ਡੌਗ ਫਾਈਟ ਕਹਿੰਦੇ ਹਾਂ। ਯਾਦ ਕਰੋ ਕੁਝ ਦੇਰ ਪਹਿਲਾਂ ਅਭਿਨੰਦਨ ਨੇ ਵੀ ਡੌਗ ਫਾਈਟ ਕੀਤੀ ਸੀ ਪਾਕਿਸਤਾਨੀ ਲੜਾਕੂ ਹਵਾਈ ਜਹਾਜ਼ਾਂ ਦੇ ਨਾਲ, ਤੇ ਇੱਕ ਪਾਕਿਸਤਾਨ ਦਾ ਲੜਾਕੂ ਹਵਾਈ ਜਹਾਜ਼ ਸਿੱਟਿਆ ਸੀ ਉਹਨਾਂ ਨੇ। ਅਤੇ ਬਾਅਦ ਦੇ ਵਿੱਚ ਉਹ ਡੌਗ ਫਾਈਟ ਕਰਦੇ ਕਰਦੇ ਪਾਕਿਸਤਾਨ ਵਾਲੇ ਖੇਤਰ 'ਚ ਚਲੇ ਗਏ ਸੀ। ਜਦੋਂ ਉਹ ਹਿੱਟ ਹੋਏ ਤਾਂ ਪੈਰਾਸ਼ੂਟ ਨਾਲ ਜਦੋਂ ਨੀਚੇ ਉਤਰੇ ਤਾਂ ਉਹਨਾਂ ਨੂੰ ਪਕੜ ਲਿਆ ਗਿਆ। ਬਾਅਦ ਵਿੱਚ ਬਹੁਤ ਹੀ ਸ਼ਾਨ ਨਾਲ ਉਹਨਾਂ ਦੀ ਰਿਹਾਈ ਵੀ ਕੀਤੀ ਗਈ। ਤਾਂ ਜਦੋਂ 4 ਲੜਾਕੂ ਹਵਾਈ ਜਹਾਜ਼ਾਂ ਨੇ ਲਗਾਤਾਰ ਅਟੈਕ ਕਰੇ ਸੇਖੋਂ ਦੇ ਫਾਈਟਰ ਪਲੇਨ ਤੇ, ਤਾਂ ਉਹ ਹਿੱਟ ਹੋਏ ਅਤੇ ਉਹਨਾਂ ਦੀ ਸ਼ਹੀਦੀ ਹੋ ਗਈ। ਦਾ ਰਿਮੇਨਿੰਗ ਪਾਕਿਸਤਾਨੀ ਏਅਰਕ੍ਰਾਫਟ ਰਿਟਰਨ ਟੂ ਪਾਕਿਸਤਾਨ ਵਿਦਾਊਟ ਪ੍ਰੈਸਿੰਗ ਦਾ ਅਟੈਕ। ਤਾਂ ਬਾਕੀ ਜਿਹੜੇ 4 ਲੜਾਕੂ ਹਵਾਈ ਜਹਾਜ਼ ਬਚ ਗਏ ਸੀ ਪਾਕਿਸਤਾਨ ਦੇ, ਉਹ ਪਾਕਿਸਤਾਨ ਵਾਪਸ ਮੁੜ ਗਏ ਅਤੇ ਉਹਨਾਂ ਨੇ ਹੋਰ ਹਮਲੇ ਨਹੀਂ ਕੀਤੇ। ਤਾਂ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਕੱਲੇ ਸੇਖੋਂ ਨੇ ਪੂਰੇ ਹਮਲੇ ਨੂੰ ਰੋਕ ਕੇ ਰੱਖਿਆ ਅਤੇ 2 ਨੂੰ ਹਿੱਟ ਕੀਤਾ, ਬਾਕੀਆਂ ਨੂੰ ਭਜਾਤਾ। The bravery, flying skill and determination displayed by flying officer Sekho earned him India's highest wartime medal for gallantry, the Paramveer Chakra। ਤਾਂ ਜਿਹੜੀ ਬਹਾਦਰੀ ਦਿਖਾਈ ਜੀ ਨਿਰਮਲਜੀਤ ਸਿੰਘ ਸੇਖੋਂ ਨੇ, ਫਲਾਈਂਗ ਸਕਿੱਲ ਦਿਖਾਏ, ਮਤਲਬ ਜੋ ਲੜਾਕੂ ਹਵਾਈ ਜਹਾਜ਼ ਦੇ ਉਹਨਾਂ ਨੇ ਜੋ ਕੁਸ਼ਲਤਾ ਦਿਖਾਈ ਯੁੱਧ ਦੇ ਵਿੱਚ, ਉਹਨੂੰ ਕਿਵੇਂ ਯੂਜ਼ ਕਰਕੇ ਦੋ ਦੁਸ਼ਮਣਾਂ ਨੂੰ ਕਿਵੇਂ ਸੱਟਿਆ ਜਾਂਦਾ ਹੈ, ਤਾਂ ਉਹ ਜਿਹੜੀ ਕੁਸ਼ਲਤਾ ਦਿਖਾਈ ਅਤੇ ਉਹਨਾਂ ਦੀ ਦ੍ਰਿੜਤਾ ਜੋ ਦਿਖੀ ਸਾਨੂੰ, ਤਾਂ ਇਸ ਕਰਕੇ ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਵਾਰ ਟਾਈਮ ਮੈਡਲ ਬਹਾਦਰੀ ਦਾ ਮਿਲਿਆ, ਦਾ ਪਰਮਵੀਰ ਚੱਕਰ ਜਿਸ ਨੂੰ ਕਹਿੰਦੇ ਨੇ। ਹਿਸ ਸਕਿੱਲ ਵਾਜ਼ ਲੇਟਰ ਪ੍ਰੇਜ਼ਡ ਇਨ ਐਨ ਆਰਟੀਕਲ ਬਾਏ ਸਲੀਮ ਬੇਗ ਮਿਰਜ਼ਾ ਦਾ ਪਾਇਲਟ ਹੂ ਸ਼ੋਟ ਹਿਮ ਡਾਊਨ। ਤਾਂ ਬੱਚੇ ਉਹ ਕਿਹਾ ਜਾਂਦਾ ਹੈ ਕਿ ਜਦੋਂ ਦੁਸ਼ਮਣ ਵੀ ਤੁਹਾਡੀ ਪ੍ਰੇਜ਼ ਕਰਦਾ ਨਾ, ਪ੍ਰਸ਼ੰਸਾ ਕਰਦਾ ਹੈ, ਫਿਰ ਪਤਾ ਲੱਗਦਾ ਹੈ ਕਿ ਵੀਰਾਂ ਦੀ ਵੀਰਤਾ ਕੀ ਹੁੰਦੀ ਹੈ। ਤਾਂ ਬਿਲਕੁਲ ਇਹਨਾਂ ਨਾਲ ਐਂ ਹੋਇਆ ਤੇ ਉਹਨਾਂ ਦੀ ਯੁੱਧ ਕੁਸ਼ਲਤਾ ਦੀ ਪ੍ਰਸ਼ੰਸਾ ਕੀਤੀ ਗਈ। ਇੱਕ ਆਰਟੀਕਲ ਦੇ ਵਿੱਚ ਕਿਸ ਨੇ ਪ੍ਰਸ਼ੰਸਾ ਕੀਤੀ? ਸਲੀਮ ਬੇਗ ਮਿਰਜ਼ਾ। ਸਲੀਮ ਬੇਗ ਮਿਰਜ਼ਾ ਇਹ ਉਹੀ ਪਾਇਲਟ ਸੀ ਜਿਸ ਨੇ ਕਿ ਨਿਰਮਲਜੀਤ ਸਿੰਘ ਸੇਖੋਂ ਦੇ ਲੜਾਕੂ ਹਵਾਈ ਜਹਾਜ਼ ਨੂੰ ਹਿੱਟ ਕੀਤਾ ਸੀ, ਜਿਸ ਕਰਕੇ ਉਹਨਾਂ ਦੀ ਸ਼ਹੀਦੀ ਹੋਈ ਸੀ। ਤਾਂ ਉਸ ਪਾਇਲਟ ਨੇ ਵੀ, ਸਲੀਮ ਬੇਗ ਮਿਰਜ਼ਾ ਨੇ ਨਿਰਮਲਜੀਤ ਸਿੰਘ ਸੇਖੋਂ ਦੀ ਪ੍ਰਸ਼ੰਸਾ ਕੀਤੀ ਸੀ। ਤਾਂ ਇੰਨੇ ਬਹਾਦਰ ਸੀਗੇ ਜੀ ਕਿ ਦੁਸ਼ਮਣ ਵੀ ਉਹਨਾਂ ਦੀ ਪ੍ਰਸ਼ੰਸਾ ਕਰਦੇ ਸੀ। ਤਾਂ ਸਾਡੇ ਅਗਲੇ
ਪਰਮਵੀਰ ਚੱਕਰ ਵਿਜੇਤਾ ਨੇ ਜੀ ਕੈਪਟਨ ਵਿਕਰਮ ਬੱਤਰਾ। ਇਹਨਾਂ ਦਾ ਲਾਈਫ ਪੀਰੀਅਡ 9 ਸੈਪਟੈਂਬਰ 1974 ਤੋਂ 7 ਜੁਲਾਈ 1999 ਤੱਕ ਰਿਹਾ। ਹੀ ਵਾਜ਼ ਐਨ ਆਫਿਸਰ ਆਫ ਦਾ ਇੰਡੀਅਨ ਆਰਮੀ। ਸਾਡੇ ਭਾਰਤੀ ਫੌਜ ਦੇ ਅਫਸਰ ਸੀਗੇ ਜੀ। ਪੋਸਟਿਊਮਸਲੀ ਅਵਾਰਡਡ ਵਿਦ ਦਾ ਪਰਮਵੀਰ ਚੱਕਰ। ਮਰਨੋਪਰਾਂਤ ਇਹਨਾਂ ਨੂੰ ਪਰਮਵੀਰ ਚੱਕਰ ਪ੍ਰਦਾਨ ਕੀਤਾ ਗਿਆ, ਜੋ ਕਿ ਇੰਡੀਆਜ਼ ਹਾਈਐਸਟ ਐਂਡ ਪ੍ਰੈਸਟੀਜੀਅਸ ਅਵਾਰਡ ਫॉर वेलर फॉर हिज एक्शन ड्यूरिंग द 1999 कारगिल वॉर इन कश्मीर बिटवीन इंडिया एंड पाकिस्तान। ਪਰਮਵੀਰ ਚੱਕਰ ਜੋ ਕਿ ਸਾਡੇ ਭਾਰਤ ਦਾ ਸਭ ਤੋਂ ਉੱਚਾ ਅਤੇ ਸਭ ਤੋਂ ਪ੍ਰੈਸਟੀਜੀਅਸ ਅਵਾਰਡ ਹੈ। ਪ੍ਰੈਸਟੀਜੀਅਸ ਦਾ ਮਤਲਬ ਇੱਥੇ ਹੈ ਬੱਚਿਓ ਵਕਾਰੀ, ਪ੍ਰਤਿਸ਼ਠਿਤ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਦਿੱਤਾ ਜਾਂਦਾ ਹੈ ਵੇਲਰ ਲਈ। ਨਾ ਵੇਲਰ ਦਾ ਗਲੋਸਰੀ 'ਚ ਮਤਲਬ ਲਿਖਿਆ ਗ੍ਰੇਟ ਕਰੇਜ ਸਪੈਸ਼ਲੀ ਇਨ ਵਾਰ ਬਰੇਵਰੀ। ਯੁੱਧ ਦੇ ਮੈਦਾਨ ਵਿੱਚ ਜਦੋਂ ਅਦਭੁਤ ਬਹਾਦਰੀ ਦਿਖਾਈ ਜਾਂਦੀ ਹੈ ਫੌਜੀਆਂ ਵੱਲੋਂ ਤਾਂ ਉਸ ਨੂੰ ਵੇਲਰ ਕਿਹਾ ਜਾਂਦਾ ਹੈ ਜੀ। ਤਾਂ ਉਸ ਲਈ ਇਹਨਾਂ ਨੂੰ ਮਿਲਿਆ ਅਤੇ ਇਹਨਾਂ ਦੇ ਐਕਸ਼ਨਸ ਲਈ ਮਿਲਿਆ, ਜਿਹੜਾ ਕਿ ਇਹਨਾਂ ਨੇ 1999 ਦੀ ਕਾਰਗਿਲ ਵਾਰ ਦੇ ਵਿੱਚ ਕਸ਼ਮੀਰ ਦੇ ਵਿੱਚ ਦਿਖਾਈ। ਅਤੇ ਇਹ ਵਾਰ ਸਾਨੂੰ ਸਭ ਨੂੰ ਪਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਈ ਸੀ। ਵਿਕਰਮ ਬੱਤਰਾ ਵਾਜ਼ ਬੋਰਨ ਔਨ 9 ਸੈਪਟੈਂਬਰ 1974 ਇਨ ਘੱਗਰ ਵਿਲੇਜ ਨੀਅਰ ਪਾਲਮਪੁਰ, ਹਿਮਾਚਲ ਪ੍ਰਦੇਸ਼। ਤਾਂ ਹਿਮਾਚਲ ਪ੍ਰਦੇਸ਼ ਦਾ ਇੱਕ ਬਹੁਤ ਹੀ ਖੂਬਸੂਰਤ ਜ਼ਿਲ੍ਹਾ ਹੈ ਜੀ ਪਾਲਮਪੁਰ। ਉਸ ਦੇ ਘੱਗਰ ਪਿੰਡ ਦੇ ਵਿੱਚ 9 ਸਤੰਬਰ 1974 ਨੂੰ ਇਹਨਾਂ ਦਾ ਜਨਮ ਹੋਇਆ। He was selected to join the Indian Military Academy in Dehradun in 1996 in Jessore Company of Manekshaw Battalion। ਤਾਂ ਉਹਨਾਂ ਨੂੰ ਚੁਣਿਆ ਗਿਆ ਅਤੇ ਉਹਨਾਂ ਨੇ ਇੰਡੀਅਨ ਮਿਲਟਰੀ ਅਕੈਡਮੀ ਜੁਆਇਨ ਕੀਤੀ ਦੇਹਰਾਦੂਨ ਵਿਖੇ 1996 ਈਸਵੀ ਦੇ ਵਿੱਚ, ਅਤੇ ਇਹਨਾਂ ਨੂੰ ਮਾਨਿਕਸ਼ਾ ਬਟਾਲੀਅਨ ਦੀ ਜੈਸੋਰ ਕੰਪਨੀ ਮਿਲੀ। and was commissioned in the Indian Army as Lieutenant of the 13th Jammu and Kashmir Rifles at Sopore in Jammu and Kashmir। ਅਤੇ ਇਹਨਾਂ ਨੂੰ ਜੰਮੂ ਅਤੇ ਕਸ਼ਮੀਰ ਦੇ ਵਿੱਚ ਸਪੋਰ ਇਲਾਕੇ ਦੇ ਵਿੱਚ 13 ਜੰਮੂ ਅਤੇ ਕਸ਼ਮੀਰ ਰਾਈਫਲ ਫੌਜ ਦੀ ਟੁਕੜੀ ਦੇ ਵਿੱਚ ਲੈਫਟੀਨੈਂਟ ਦੇ ਤੌਰ ਤੇ ਭਾਰਤੀ ਫੌਜ ਦੇ ਵਿੱਚ ਚੁਣਿਆ ਗਿਆ। ਹੀ ਰੋਜ਼ ਟੂ ਦਾ ਰੈਂਕ ਆਫ ਕੈਪਟਨ, ਅਤੇ ਇਹ ਕੈਪਟਨ ਦੀ ਪਦਵੀ ਤੱਕ ਪਹੁੰਚ ਗਏ। On 1st June 1999, his unit proceeded to the Kargil sector on the eruption of a warlike situation in Kargil, Daras and Batalik subsectors। 1 ਜੂਨ 1999 ਨੂੰ ਇਹਨਾਂ ਦੀ ਫੌਜ ਦੀ ਟੁਕੜੀ ਕਾਰਗਿਲ ਵੱਲ ਪ੍ਰੋਸੀਡ ਕਰ ਰਹੀ ਸੀ, ਅੱਗੇ ਵਧ ਰਹੀ ਸੀ, ਕਿਉਂਕਿ ਉਸ ਸਮੇਂ ਕਾਰਗਿਲ, ਦਰਾਸ ਅਤੇ ਬਟਾਲਿਕ ਸਬ ਸੈਕਟਰਾਂ ਦੇ ਵਿੱਚ ਇੱਕ ਵਾਰਲਾਈਕ ਯੁੱਧ ਵਾਲੀ ਸਿਚੁਏਸ਼ਨ ਛਿੜ ਗਈ ਸੀ। ਇਰਪਸ਼ਨ ਦਾ ਮਤਲਬ ਇੱਥੇ ਯੁੱਧ ਦਾ ਛਿੜ ਜਾਣਾ ਹੈ। ਇੱਕ ਯੁੱਧ ਵਰਗੀ ਸਿਚੁਏਸ਼ਨ ਹੋ ਗਈ ਸੀ। He was sent along with his company on the first strategic and daring operation to recapture the first peak of utmost importance, Point 5140, which was at an altitude of 17,000 feet। ਤੇ ਇਹਨਾਂ ਨੂੰ ਭੇਜਿਆ ਗਿਆ ਆਪਣੀ ਕੰਪਨੀ ਦੇ ਨਾਲ ਇੱਕ ਬਹੁਤ ਹੀ ਰਣਨੀਤੀ ਵਾਲੇ, ਸਟ੍ਰੈਟੇਜਿਕ ਦਾ ਮਤਲਬ ਬੱਚੇ ਹੁੰਦਾ ਹੈ ਰਣਨੀਤੀ, ਅਤੇ ਇੱਕ ਡੇਅਰਿੰਗ ਆਪਰੇਸ਼ਨ ਦੇ ਲਈ। ਤਾਂ ਡੇਅਰਿੰਗ ਦਾ ਮਤਲਬ ਉਹੀ ਬਹਾਦਰੀ ਵਾਲੇ, ਬਹੁਤ ਹੀ ਖਤਰਨਾਕ ਹੌਸਲੇ ਵਾਲੇ ਆਪਰੇਸ਼ਨ ਦੇ ਲਈ ਭੇਜਿਆ ਗਿਆ। ਅਤੇ ਉਹ ਆਪਰੇਸ਼ਨ ਕੀ ਸੀ ਕਿ ਇੱਕ ਚੋਟੀ ਸੀ ਜੀ ਜਿਸ ਦਾ ਨਾਮ ਸੀ ਪੁਆਇੰਟ 5140। ਤਾਂ ਇਸ ਨੂੰ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਰੱਖਦੀ ਸੀਗੀ, ਅਤੇ ਪਹਿਲੀ ਪੀਕ ਸੀ ਅਤੇ ਇਸ ਨੂੰ ਰੀਕੈਪਚਰ ਕਰਨਾ ਸੀ, ਕਿਉਂਕਿ ਤੁਹਾਨੂੰ ਬੱਚਿਓ ਯਾਦ ਹੋਣਾ ਕਾਰਗਿਲ ਦੀ ਵਾਰ ਦੇ ਵਿੱਚ ਹੋਇਆ ਕੀ ਸੀ, ਪਾਕਿਸਤਾਨੀ ਘੁਸਪੈਠੀਆਂ ਨੇ ਸਾਡੇ ਕਈ ਚੋਟੀਆਂ ਦੇ ਉੱਪਰ ਕਬਜ਼ਾ ਕਰ ਲਿਆ ਸੀ। ਤਾਂ ਇਹਨਾਂ ਚੋਟੀਆਂ ਨੂੰ ਵਾਪਸ ਲੈਣਾ ਸੀ। ਤਾਂ ਇਹਨਾਂ ਦੇ ਵਿੱਚੋਂ ਹੀ ਇੱਕ ਚੋਟੀ ਸੀ ਜਿਸ ਦਾ ਨਾਮ ਸੀ ਪੁਆਇੰਟ 5140, ਅਤੇ ਇਸ ਚੋਟੀ ਨੂੰ ਜਿੱਤਣ ਦੇ ਲਈ ਕੈਪਟਨ ਬੱਤਰਾ ਨੂੰ ਉਸਦੇ ਸਾਥੀਆਂ ਸਮੇਤ ਭੇਜਿਆ ਗਿਆ ਸੀ। ਅਤੇ ਇਹ ਚੋਟੀ 17,000 ਫੀਟ ਦੀ ਉਚਾਈ 'ਤੇ ਹੈ ਬੱਚਿਓ। 17,000 ਫੀਟ ਬਹੁਤ ਹੀ ਜ਼ਿਆਦਾ ਉਚਾਈ ਹੁੰਦੀ ਹੈ। ਕੈਪਟਨ ਵਿਕਰਮ ਬੱਤਰਾ ਵਾਸ ਗਿਵਨ ਦਾ ਟਾਸਕ ਆਫ ਰੀਕੈਪਚਰਿੰਗ ਪੁਆਇੰਟ 5140। ਤਾਂ ਕੈਪਟਨ ਵਿਕਰਮ ਬੱਤਰਾ ਨੂੰ ਕਿਹਾ ਗਿਆ ਸੀ ਕਿ ਤੁਸੀਂ ਇਹ ਚੋਟੀ ਜਿਸ ਦਾ ਨਾਮ ਪੁਆਇੰਟ 5140 ਹੈ, ਇਸ ਨੂੰ ਰੀਕੈਪਚਰ ਕਰਨਾ ਹੈ, ਦੁਬਾਰਾ ਆਪਣੇ ਕਬਜ਼ੇ 'ਚ ਲੈਣਾ। Nicknamed Sher Shah, Lion King in Hindi for his courage, he decided to lead the rear as an element of surprise would help stupefy the enemy। ਇਹਨਾਂ ਨੂੰ ਸ਼ੇਰ ਸ਼ਾਹ ਕਿਹਾ ਜਾਂਦਾ ਸੀ। ਨਿਕਨੇਮ ਇਹਨਾਂ ਦਾ ਸੀ ਸ਼ੇਰ ਸ਼ਾਹ, ਜਿਸ ਨੂੰ ਇੰਗਲਿਸ਼ 'ਚ ਆਪਾਂ ਲਾਇਨ ਕਿੰਗ ਕਹਿੰਦੇ ਹਾਂ, ਕਿਉਂਕਿ ਬਹੁਤ ਹੀ ਜ਼ਿਆਦਾ ਬਹਾਦਰ ਸੀ। ਅਤੇ ਇਹਨਾਂ ਨੇ ਨਿਸ਼ਚਾ ਕੀਤਾ ਕਿ ਮੈਂ ਰੀਅਰ ਦਾ ਮਤਲਬ ਪਿੱਛੋਂ ਲੀਡ ਕਰੂੰਗਾ। ਤਾਂ ਇਹ ਇਸ ਲਈ ਕੀਤਾ ਤਾਂ ਕਿ ਐਲੀਮੈਂਟ ਆਫ ਸਰਪ੍ਰਾਈਜ਼ ਹੋਵੇ। ਐਲੀਮੈਂਟ ਆਫ ਸਰਪ੍ਰਾਈਜ਼ ਦਾ ਮਤਲਬ ਹੈ ਕਿ ਦੁਸ਼ਮਣ ਥੋੜ੍ਹਾ ਜਿਹਾ ਹੈਰਾਨ ਹੋ ਜੇ, ਤਾਂ ਕਿ ਦੁਸ਼ਮਣ ਸਟੂਪੀਫਾਈ ਵੀ ਹੋ ਜਾਏ। ਤਾਂ ਸਟੂਪੀਫਾਈ ਦਾ ਮਤਲਬ ਗਲੋਸਰੀ 'ਚ ਲਿਖਿਆ ਹੋਇਆ ਟੂ ਸਰਪ੍ਰਾਈਜ਼ ਔਰ ਸ਼ੌਕ ਸਮਬਡੀ। ਕਿਸੇ ਨੂੰ ਆਪਾਂ ਸ਼ੌਕ ਕਰਨਾ ਹੋਵੇ ਜਾਂ ਸਰਪ੍ਰਾਈਜ਼ ਕਰਨਾ ਹੋਵੇ ਤਾਂ ਉਸ ਨੂੰ ਅਸੀਂ ਸਟੂਪੀਫਾਈ ਕਹਿੰਦੇ ਹਾਂ। ਤਾਂ ਦੁਸ਼ਮਣ ਨੂੰ ਹੈਰਾਨ ਕਰਨ ਦੇ ਲਈ ਇਹਨਾਂ ਨੇ ਰੀਅਰ ਤੋਂ, ਪਿੱਛੋਂ ਤੋਂ ਆਕਰਮਣ ਕਰਨ ਦੀ ਯੋਜਨਾ ਬਣਾਈ। He and his men ascended the sheer rock cliff। ਕੈਪਟਨ ਬੱਤਰਾ ਤੇ ਉਸਦੇ ਆਦਮੀਆਂ ਨੇ ਅਸੈਂਡ ਦਾ ਮਤਲਬ ਚੜ੍ਹਾਈ ਕੀਤੀ ਉਸ ਸ਼ੀਅਰ ਰੌਕ ਕਲਿਫ 'ਤੇ, ਕਿਉਂਕਿ ਇਹਨਾਂ ਨੇ ਚੋਟੀ ਚੜ੍ਹਨੀ ਸੀਗੀ। ਚੋਟੀ ਦੇ ਉੱਪਰ ਚਟਾਨ ਜਿਹੜੀ ਸੀ ਬਹੁਤ ਹੀ ਜ਼ਿਆਦਾ ਸ਼ੀਅਰ ਸੀ, ਤਿੱਖੀ ਢਾਲ ਵਾਲੀ ਚਟਾਨ ਸੀ, ਤੇ ਉਸ 'ਤੇ ਇਹ ਚੜ੍ਹੇ। ਬਟ ਐਜ਼ ਦਾ ਗਰੁੱਪ ਨੀਅਰ ਦਾ ਟੌਪ ਦਾ ਐਨੀਮੀ ਪਿੰਡ ਦੈਮ ਔਨ ਦਾ ਫੇਸ ਆਫ ਦਾ ਬੇਅਰ ਕਲਿਫ ਵਿਦ ਮਸ਼ੀਨ ਗਨ ਫਾਇਰ। ਪਰ ਜਿਵੇਂ ਹੀ ਇਹ ਟੌਪ ਦੇ ਕੋਲੇ ਪਹੁੰਚੇ, ਹਜੇ ਉੱਪਰ ਚੜ੍ਹੇ ਨਹੀਂ ਸੀ, ਇਹ ਟੌਪ ਦੇ ਕੋਲੇ ਪਹੁੰਚੇ ਤਾਂ ਦੁਸ਼ਮਣਾਂ ਨੇ ਇਹਨਾਂ ਦੇ ਉੱਪਰ ਮਸ਼ੀਨ ਗਨ ਫਾਇਰ ਦੇ ਨਾਲ ਉਸ ਚਟਾਨ ਦੇ ਉੱਪਰ ਹੀ
ਜਿਸ ਤੇ ਇਹ ਚੜ ਰਹੇ ਸੀ ਗੋਲਾਬਾਰੀ ਸ਼ੁਰੂ ਕਰ ਦਿੱਤੀ। ਕੈਪਟਨ ਬਤਰਾ along with 5 of his men climbed up regardless of the heavy firing and after reaching the top hurled 2 grenades at the machine gun post। ਤਾਂ ਕੈਪਟਨ ਬਤਰਾ ਦੇ ਨਾਲ 5 ਬੰਦੇ ਹੋਰ ਵੀ ਸੀ ਜੀ। ਉਹ ਇਸ ਹੈਵੀ ਫਾਇਰਿੰਗ ਦੇ ਬਾਵਜੂਦ ਕਲਾਈਮਡ ਅਪ ਦਾ ਮਤਲਬ ਉਸ ਪਹਾੜੀ ਦੇ ਉੱਪਰ ਚੜ ਗਏ ਅਤੇ ਟੌਪ ਤੇ ਪਹੁੰਚਣ ਤੋਂ ਬਾਅਦ ਇਹਨਾਂ ਨੇ 2 ਗ੍ਰੀਨੇਡ ਬੱਚੇ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਈ ਸੀ, ਉਸ ਦੀ ਪਿਕ ਦਿਖਾਈ ਸੀ। 2 ਗ੍ਰੀਨੇਡ ਇਹਨਾਂ ਨੇ ਉਸ ਮਸ਼ੀਨ ਗਨ ਪੋਸਟ ਤੇ ਸਿੱਟੇ ਜਿੱਥੋਂ ਕਿ ਹੈਵੀ ਫਾਇਰਿੰਗ ਹੋ ਰਹੀ ਸੀ। ਤਾਂ ਦੁਸ਼ਮਣਾਂ ਵਾਲੀ ਪੋਸਟ ਤੇ ਇਹਨਾਂ ਨੇ ਗ੍ਰੀਨੇਡ ਸੁੱਟੇ। ਇਹ ਸਿੰਗਲ ਹੈਂਡਡਲੀ ਕਿਲਡ 3 ਐਨੀਮੀ ਸੋਲਜਰਸ ਇਨ ਕਲੋਜ਼ ਕੰਬੈਟ। ਇਹਨਾਂ ਨੇ ਇਕੱਲੇ ਹੀ 3 ਦੁਸ਼ਮਣ ਸਿਪਾਹੀਆਂ ਨੂੰ ਮਾਰ ਦਿੱਤਾ। ਇਨ ਕਲੋਜ਼ ਕੰਬੈਟ ਦਾ ਮਤਲਬ ਲੜਾਈ ਦੇ ਵਿੱਚ 3 ਦੁਸ਼ਮਣ ਮਾਰੇ ਜੀ ਇਹਨਾਂ ਨੇ। ਹੀ ਵਾਸ ਸੀਰੀਅਸਲੀ ਇੰਜਰਡ ਡਿਊਰਿੰਗ ਦਿਸ। ਅਜਿਹਾ ਕਰਦੇ ਹੋਏ ਬਹੁਤ ਹੀ ਜ਼ਿਆਦਾ ਸੀਰੀਅਸ ਗੰਭੀਰ ਤਰੀਕੇ ਦੇ ਨਾਲ ਇਹ ਜ਼ਖਮੀ ਹੋ ਗਏ। ਬਟ ਇਨਸਿਸਟਡ ਔਨ ਰੀਗਰੂਪਿੰਗ ਹਿਜ਼ ਮੈਨ ਟੂ ਕੰਟੀਨਿਊ ਵਿਦ ਦਾ ਮਿਸ਼ਨ। ਪਰ ਇਹਨਾਂ ਨੇ ਜਾਰੀ ਰੱਖਿਆ। ਇਨਸਿਸਟ ਔਨ ਮਤਲਬ ਜਾਰੀ ਰੱਖਿਆ। ਕੀ ਜਾਰੀ ਰੱਖਿਆ ਕੰਮ? ਕਿ ਆਪਣੇ ਆਦਮੀਆਂ ਨੂੰ ਇਹਨਾਂ ਨੇ ਰੀਗਰੂਪ ਕਰਨਾ ਜਾਰੀ ਰੱਖਿਆ ਤਾਂ ਕਿ ਮਿਸ਼ਨ ਨੂੰ ਕੰਟੀਨਿਊ ਕਰ ਸਕਣ। ਮਿਸ਼ਨ ਕੀ ਸੀ ਜੀ? ਕਿ ਇਹ ਚੋਟੀ ਨੂੰ ਇਹਨਾਂ ਨੇ ਆਪਣੇ ਕਬਜ਼ੇ 'ਚ ਲੈਣਾ ਸੀ। ਇੰਸਪਾਇਰਡ ਬਾਏ ਦਾ ਕਰੇਜ ਡਿਸਪਲੇ ਬਾਏ ਕੈਪਟਨ ਬਤਰਾ। ਤਾਂ ਕੈਪਟਨ ਬਤਰਾ ਨੇ ਜੋ ਬਹਾਦਰੀ ਦਿਖਾਈ ਸੀ ਉਸ ਤੋਂ ਪ੍ਰੇਰਨਾ ਲੈਂਦੇ ਹੋਏ, ਇੰਸਪਾਇਰਡ ਦਾ ਮਤਲਬ ਪ੍ਰੇਰਨਾ ਲੈਂਦੇ ਹੋਏ, ਦਾ ਅਦਰ ਸੋਲਜਰਸ ਆਫ 13 JAK ਰਾਈਫਲ ਚਾਰਜ ਦਾ ਐਨੀਮੀ ਪੋਜੀਸ਼ਨ। ਤਾਂ ਬਾਕੀ ਸਿਪਾਹੀਆਂ ਨੇ ਜੋ ਕਿ ਇਹਨਾਂ ਦੀ ਟੁਕੜੀ ਦੇ ਸੀ, ਤੇ ਟੁਕੜੀ ਦਾ ਨਾਮ ਕੀ ਸੀ ਜੀ? 13 JAK ਰਾਈਫਲਸ, ਜੰਮੂ ਐਂਡ ਕਸ਼ਮੀਰ ਰਾਈਫਲਸ। ਤਾਂ ਉਹਨਾਂ ਨੇ ਐਨੀਮੀ ਪੋਜੀਸ਼ਨ ਤੇ ਚਾਰਜ ਕੀਤਾ, ਉਹਨਾਂ ਤੇ ਹਮਲਾ ਕੀਤਾ, ਦੁਸ਼ਮਣਾਂ ਦੀ ਪੋਜੀਸ਼ਨ ਤੇ ਹਮਲਾ ਕੀਤਾ ਐਂਡ ਕੈਪਚਰਡ ਪੁਆਇੰਟ 5140 ਐਟ 3:30 AM ਔਨ 20 ਜੂਨ 1999। ਤਾਂ 20 ਜੂਨ 1999 ਨੂੰ ਜੀ 3:30 ਵਜੇ ਸਵੇਰੇ ਪੁਆਇੰਟ 5140 ਇਹਨਾਂ ਨੇ ਕਬਜ਼ੇ 'ਚ ਲੈ ਲਈ। ਮਤਲਬ ਮਿਸ਼ਨ ਇਹਨਾਂ ਦਾ ਫਤਿਹ ਹੋ ਗਿਆ। His company is credited with killing at least 8 Pakistani soldiers and recovering a heavy machine gun। ਤੇ ਇਹਨਾਂ ਦੀ ਕੰਪਨੀ ਨੂੰ ਮਾਣ ਮਿਲਿਆ ਕਿਉਂਕਿ ਇਹਨਾਂ ਨੇ ਘੱਟੋ ਘੱਟ 8 ਪਾਕਿਸਤਾਨੀ ਫੌਜੀਆਂ ਨੂੰ ਮਾਰਿਆ ਸੀ, 8 ਦੁਸ਼ਮਣਾਂ ਨੂੰ ਮਾਰਿਆ ਸੀ ਅਤੇ ਇੱਕ ਬਹੁਤ ਹੀ ਹੈਵੀ ਮਸ਼ੀਨ ਗਨ, ਬਹੁਤ ਹੀ ਵੱਡੀ ਮਸ਼ੀਨ ਗਨ ਜਿਸ ਤੋਂ ਕਿ ਇਹਨਾਂ ਤੇ ਫਾਇਰ ਹੋ ਰਿਹਾ ਸੀ ਸ਼ੁਰੂ 'ਚ, ਉਹ ਵੀ ਇਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਈ। The capture of point 5140 set in motion a string of successes such as point 5100, point 4700, Junction Peak and 3 Pimples। ਤਾਂ ਜਦੋਂ 5140 ਵਾਲੀ ਚੋਟੀ ਨੂੰ ਫਤਿਹ ਕਰ ਲਿਆ ਗਿਆ ਤਾਂ ਫਿਰ ਇੱਕ ਸਫਲਤਾਵਾਂ ਦੀ ਲੜੀ ਸ਼ੁਰੂ ਹੋ ਗਈ। ਸੈਟ ਇਨ ਮੋਸ਼ਨ ਦਾ ਮਤਲਬ ਜਦੋਂ ਕੋਈ ਮੋਸ਼ਨ ਬਣ ਜੇ, ਕੋਈ ਇੱਕ ਗਤੀ ਬਣ ਜੇ ਤਾਂ ਸਟ੍ਰਿੰਗ ਆਫ ਸਕਸੈਸਿਸ ਸ਼ੁਰੂ ਹੋ ਗਏ। ਸਟ੍ਰਿੰਗ ਆਫ ਸਕਸੈਸਿਸ ਦਾ ਮਤਲਬ ਇੱਥੇ ਸਫਲਤਾਵਾਂ ਦੀ ਲੜੀ ਹੈ। ਇਹ ਹੋਰ ਸਫਲਤਾਵਾਂ ਆਈਆਂ। ਉਹ ਸਫਲਤਾਵਾਂ ਕਿਹੜੀਆਂ ਆਈਆਂ? ਕਿਉਂਕਿ ਹੋਰ ਚੋਟੀਆਂ ਨੂੰ ਅਸੀਂ ਸਰ ਕੀਤਾ ਤੇ ਉਹਨਾਂ ਚੋਟੀਆਂ ਦਾ ਨਾਮ ਸੀ ਜੀ ਪੁਆਇੰਟ 5100, ਪੁਆਇੰਟ 4700, ਜੰਕਸ਼ਨ ਪੀਕ ਅਤੇ 3 ਪਿੰਪਲਸ। ਅਲੋਂਗ ਵਿਦ ਫੈਲੋ ਕੈਪਟਨ ਅਨੁਜ ਨਈਅਰ, ਬਤਰਾ ਲੈਡ ਹਿਜ਼ ਮੈਨ ਟੂ ਵਿਕਟਰੀ ਵਿਦ ਦਾ ਰੀਕੈਪਚਰ ਆਫ ਪੁਆਇੰਟ 4750 ਐਂਡ ਪੁਆਇੰਟ 4875। ਆਪਣੇ ਇੱਕ ਇਹਨਾਂ ਦੇ ਸਾਥੀ ਕੈਪਟਨ ਸੀਗੇ ਜੀ ਅਨੁਜ ਨਈਅਰ ਦੇ ਨਾਲ, ਅਤੇ ਤਾਂ ਕੈਪਟਨ ਬਤਰਾ ਨੇ ਆਪਣੇ ਆਦਮੀਆਂ ਨੂੰ ਲੀਡ ਕੀਤਾ, ਅਗਵਾਈ ਕੀਤੀ ਅਤੇ ਹੋਰ 3 ਪੁਆਇੰਟਸ ਕੈਪਚਰ ਕੀਤੇ, ਜਿਹੜੇ ਰੀਕੈਪਚਰ ਕੀਤੇ, ਦੁਬਾਰਾ ਹਥਿਆਏ, ਦੁਬਾਰਾ ਕਬਜ਼ਾ ਕੀਤਾ ਜੀ। ਉਹ ਕਿਹੜੇ ਪੁਆਇੰਟ ਸੀਗੇ ਜੀ? 3 ਹੋਰ। ਤਾਂ ਕੈਪਟਨ ਵਿਕਰਮ ਬਤਰਾ ਨੇ ਆਪਣੇ ਆਦਮੀਆਂ ਦੀ ਅਗਵਾਈ ਕੀਤੀ ਅਤੇ ਪੁਆਇੰਟ 4750 ਤੇ ਪੁਆਇੰਟ 4875 ਵਾਲੀਆਂ ਚੋਟੀਆਂ ਵੀ ਇਹਨਾਂ ਨੇ ਆਪਣੇ ਦੁਬਾਰਾ ਕਬਜ਼ੇ ਵਿੱਚ ਲੈ ਲਈਆਂ। He attained martyrdom when he tried to rescue an injured officer during an enemy counter attack against point 4875 in the early morning hours of 7 July 1999। ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਅਟੇਨ ਮਾਰਟਰਡਮ ਦਾ ਮਤਲਬ ਹੁੰਦਾ ਜੀ ਸ਼ਹੀਦੀ ਪ੍ਰਾਪਤ ਕਰਨਾ। ਜਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਬਚਾਉਣ ਦੇ ਲਈ ਆਪਣੇ ਇੱਕ ਜ਼ਖਮੀ ਅਫਸਰ ਨੂੰ, ਕਿਉਂਕਿ ਐਨੀਮੀ ਦਾ ਕਾਊਂਟਰ ਅਟੈਕ ਹੋਇਆ ਜੀ, ਦੁਸ਼ਮਣਾਂ ਦਾ ਮੁੜ ਅਟੈਕ ਹੋਇਆ ਜਦੋਂ ਇਹ 4875 ਵਾਲੀ ਚੋਟੀ ਨੂੰ ਕਬਜ਼ਾ ਕਰ ਰਹੇ ਸੀਗੇ, ਤਾਂ ਉਸ ਸਮੇਂ ਦੁਸ਼ਮਣਾਂ ਨੇ ਦੁਬਾਰਾ ਅਟੈਕ ਕੀਤਾ। ਇਹ ਅਟੈਕ ਹੋਇਆ ਸੀ 7 ਜੁਲਾਈ 1999 ਨੂੰ, ਸਵੇਰੇ ਹੋਇਆ ਸੀ, ਅਰਲੀ ਮਾਰਨਿੰਗ ਹੋਇਆ ਸੀਗਾ ਜੀ। ਤਾਂ ਇਹਨਾਂ ਦੇ ਇੱਕ ਸਾਥੀ ਜ਼ਖਮੀ ਹੋ ਗਏ ਸੀ, ਉਹਨਾਂ ਨੂੰ ਬਚਾਉਂਦੇ ਹੋਏ ਇਹ ਘਾਇਲ ਹੋ ਗਏ ਅਤੇ ਸ਼ਹੀਦੀ ਪ੍ਰਾਪਤ ਕੀਤੀ। ਹਿਜ਼ ਲਾਸਟ ਵਰਡਸ ਵਰ ਜੈ ਮਾਤਾ ਦੀ। ਉਹਨਾਂ ਦੇ ਅੰਤਿਮ ਸ਼ਬਦ ਜੋ ਮੂੰਹੋਂ ਨਿਕਲੇ ਉਹ ਸੀ ਜੀ ਜੈ ਮਾਤਾ ਦੀ, ਵਿਚ ਮੀਨਸ ਵਿਕਟਰੀ ਟੂ ਦਾ ਮਦਰ ਦੁਰਗਾ, ਮਾਂ ਦੁਰਗਾ ਦੀ ਜੈ। ਤਾਂ ਇਹ ਇਹਨਾਂ ਦੇ ਆਖਰੀ ਸ਼ਬਦ ਸੀ ਜੀ। ਤਾਂ ਸਟੂਡੈਂਟ, ਜਿਵੇਂ ਕਿ ਦੱਸਿਆ ਗਿਆ ਹੈ ਕਿ ਕੈਪਟਨ ਵਿਕਰਮ ਬਤਰਾ ਨੂੰ ਸ਼ੇਰ ਸ਼ਾਹ ਲਾਇਨ ਕਿੰਗ ਵੀ ਕਿਹਾ ਜਾਂਦਾ ਸੀ। ਤਾਂ ਇਹਨਾਂ ਦੇ ਨਾਮ ਤੇ 2021 ਦੇ ਵਿੱਚ ਇੱਕ ਮੂਵੀ ਬਣੀ ਹੈ ਜਿਸ ਦੀ ਪਿਕ ਤੁਹਾਨੂੰ ਮੈਂ ਸ਼ੋਅ ਕਰ ਰਿਹਾ ਹਾਂ। ਤਾਂ ਬੱਚਿਓ, ਜੇਕਰ ਤੁਸੀਂ ਇਸ ਮਹਾਨ ਫੌਜੀ, ਵੀਰ ਫੌਜੀ
ਕੈਪਟਨ ਵਿਕਰਮ ਬੱਤਰਾ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਮੂਵੀ ਜ਼ਰੂਰ ਦੇਖਿਓ। ਤਾਂ ਸਟੂਡੈਂਟਸ, ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਚੈਪਟਰ ਪੂਰੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਮੈਂ ਇਸ ਚੈਪਟਰ ਨੂੰ 2 ਪਾਰਟਸ ਦੇ ਵਿੱਚ ਬਣਾਇਆ ਹੈ। ਜੇਕਰ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ +1 ਕਲਾਸ ਦੇ ਬਣਾਏ ਹੋਏ ਹੋਰ ਬਹੁਤ ਸਾਰੇ ਵੀਡੀਓਜ਼ ਦੇ ਲਿੰਕ ਤੁਹਾਨੂੰ ਮੈਂ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਵਿੱਚ ਆਪਾਂ ਇਸ ਚੈਪਟਰ ਦੀਆਂ ਐਕਸਰਸਾਈਜ਼ਸ, ਸੋਲੂਸ਼ਨਸ ਅਤੇ ਫਿਰ ਉਹਨਾਂ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਅਤੇ ਫਿਰ ਉਹਨਾਂ ਦੇ ਲੌਂਗ ਆਨਸਰ ਟਾਈਪ ਕੁਐਸਚਨਸ ਵੀ ਕਵਰ ਕਰਾਂਗੇ ਜੀ। ਫਿਰ ਮਿਲਦੇ ਹਾਂ ਜੀ, ਧੰਨਵਾਦ।